ਸਾਹਿਬ ਅੱਜ ਕਾਨਫਰੰਸ ਕਰਨ ਦਾ ਮੇਨ ਕਾਰਨ ਅੱਜ ਸਾਡਾ ਵਿਸ਼ਾ ਮੇਨ ਇਹ ਹੈਗਾ ਕਿ ਜਿਹੜਾ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਹੈ, ਪੂਰੇ ਵਰਲਡ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ। ਇਹਦੇ ਵਿੱਚ ਜਿਹੜੇ ਜਿਨ੍ਹਾਂ ਬੰਦਿਆਂ ਦੇ ਵਿੱਚ ਲੜਾਈ ਚੱਲ ਰਹੀ ਹੈ, ਉਹਦੇ 'ਚ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ ਹੈ, ਜਿਹੜੇ ਐਕਸ ਚੀਫ ਮਿਨਿਸਟਰ ਬੈਂਸ ਸਿੰਘ ਕਤਲ ਕੇਸ ਬੰਦ ਨੇ। ਮੈਂ ਉਹਨਾਂ ਦੇ ਬਿਹਾਫ 'ਤੇ ਉਹ ਕੀ ਸੋਚਦੇ ਨੇ ਇਸ ਮੋਰਚੇ ਪ੍ਰਤੀ, ਉਹਨਾਂ ਦਾ ਕੀ ਵਿਊ ਹੈਗਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਸੋ ਉਹਨਾਂ ਦਾ ਜਿਹੜਾ ਸਭ ਤੋਂ ਪਹਿਲੇ ਇਸ ਕੇਸ ਦੇ ਵਿੱਚ ਵਿਊ ਹੈਗਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ ਮਸਲਾ ਕੀ ਹੈਗਾ। ਹਿੰਦੁਸਤਾਨ ਦੇ ਵਿੱਚ ਜਿਹੜੀ ਉਮਰ ਕੈਦ ਹੁੰਦੀ ਹੈ ਉਹ ਹੁੰਦੀ ਹੈ 14 ਸਾਲ 20 ਸਾਲ। ਜਿਹੜੇ ਜੇਲ੍ਹਾਂ 'ਚ ਬੰਦੇ ਬੈਠੇ ਹੋਏ ਨੇ ਸਾਡੇ, ਕਿਸੇ ਨੇ 25 ਸਾਲ, ਕਿਸੇ ਨੇ 30 ਸਾਲ, ਕਿਸੇ ਨੇ 35 ਸਾਲ ਪੂਰੇ ਕੀਤੇ ਹੋਏ ਨੇ। ਜਿਹੜੀ ਇੰਡੀਅਨ ਸਟੇਟ ਹੈ, ਅਸੀਂ ਕਹਿੰਦੇ ਹਾਂ ਜੇ ਤੁਸੀਂ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਛੱਡ ਸਕਦੇ ਹੋ, ਜੇ ਤੁਸੀਂ ਕ੍ਰਿਸਚੀਅਨ ਮਿਸ਼ਨਰੀ ਜਿਹੜਾ ਗ੍ਰਾਮ ਸਟੇਨਸ ਜਿਹਨੂੰ 2 ਬੱਚਿਆਂ ਦੇ ਨਾਲ ਮਾਰ ਦਿੱਤਾ ਗਿਆ ਸੀ, ਜੇ ਤੁਸੀਂ ਉਹਨੂੰ ਛੱਡ ਸਕਦੇ ਹੋ, ਕਿਸ਼ੋਰੀ ਲਾਲ ਜਿਹਨੇ ਨੂੰ 8 ਵਾਰੀ ਦਿੱਲੀ ਹਾਈ ਕੋਰਟ ਦੇ ਵਿੱਚ ਫਾਂਸੀ ਹੋਈ ਹੈ ਟ੍ਰਾਇਲ ਕੋਰਟਸ ਦੇ ਵਿੱਚ, ਉਹਦੀ ਸਜ਼ਾ ਘਟਾ ਸਕਦੇ ਹੋ, ਜੇ ਤੁਸੀਂ ਰਾਜੀਵ ਦੇ ਕਾਤਲ ਛੱਡ ਸਕਦੇ ਹੋ, ਤਾਂ ਫਿਰ ਸਿੱਖਾਂ ਨੂੰ ਕਿਉਂ ਨਹੀਂ ਛੱਡ ਰਹੇ? ਉਹਦਾ ਇੱਕੋ ਹੀ ਕਾਰਨ ਹੈ ਕਿ ਇਹ ਜਿਹੜੇ ਸਾਡੇ ਸਿੱਖ ਬੰਦ ਨੇ ਅੰਦਰ, ਇਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਸਮਝਦੇ ਨੇ, ਜੰਗੀ ਕੈਦੀ ਸਮਝਦੇ ਨੇ। ਕਿਉਂਕਿ ਜੇ ਇਸ ਦੇਸ਼ ਦੇ ਹੁੰਦੇ ਤੇ ਫਿਰ ਜਿਹੜਾ ਇਹਨਾਂ 'ਤੇ ਵੀ ਉਹੀ ਕਾਨੂੰਨ ਲਾਗੂ ਹੋਣਾ ਸੀ ਜਿਹੜਾ ਅਦਰ ਇੰਡੀਅਨਸ ਦੇ ਉੱਪਰ ਹੁੰਦਾ ਹੈਗਾ। ਸੋ ਜਿਹੜੀ ਗੱਲ ਮੋਰਚਾ ਕਰ ਰਿਹਾ ਕਿ ਅਸੀਂ ਦਿੱਲੀ ਦੇ ਨਾਲ ਗੱਲ ਕਰਾਂਗੇ ਅਤੇ ਇਹਨਾਂ ਨੂੰ ਰਿਲੀਜ਼ ਕਰਾਵਾਂਗੇ, ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 37 ਸਾਲ ਤੋਂ ਇੰਡੀਅਨ ਸਟੇਟ ਨੇ ਸਿੱਖਾਂ ਨਾਲ ਗੱਲ ਨਹੀਂ ਕੀਤੀ ਹੈਗੀ ਟੇਬਲ 'ਤੇ ਬਹਿ ਕੇ। ਇੰਡੀਅਨ ਸਟੇਟ ਕਸ਼ਮੀਰੀਆਂ ਨਾਲ ਟੇਬਲ 'ਤੇ ਬੈਠੀ ਹੈ, ਇੰਡੀਅਨ ਸਟੇਟ ਨਾਗਿਆਂ ਨਾਲ ਟੇਬਲ 'ਤੇ ਬੈਠੀ ਹੈ, ਅਸਮ ਵਾਲਿਆਂ ਨਾਲ ਬੈਠੀ ਹੈ, ਤ੍ਰਿਪੁਰੇ ਵਾਲਿਆਂ ਨਾਲ ਬੈਠੀ ਹੈ, ਸਾਡੇ ਨਾਲ ਨਹੀਂ ਬੈਠੀ ਹੈਗੀ। ਔਰ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਤੱਕ ਪੰਜਾਬ ਦੇ ਵਿੱਚ ਸਾਡੀ ਇਹ ਮੂਵਮੈਂਟ ਜਿਹੜੀ ਆਜ਼ਾਦੀ ਦਾ ਸੰਘਰਸ਼ ਹੈ ਉਹ ਤਗੜਾ ਨਹੀਂ ਹੁੰਦਾ, ਜਦੋਂ ਤੱਕ ਅਸੀਂ ਨਾਗਿਆਂ ਵਰਗੀ ਪੋਜੀਸ਼ਨ 'ਚ ਨਹੀਂ ਜਾਂਦੇ, ਉਦੋਂ ਤੱਕ ਦਿੱਲੀ ਨੇ ਸਾਡੇ ਨਾਲ ਬੈਠਣਾ ਨਹੀਂ ਹੈਗਾ। ਕਿਉਂਕਿ ਜੇ ਸਾਡਾ ਪ੍ਰੈਸ਼ਰ ਹੁੰਦਾ ਹੈ, ਸਾਡੀ ਮੂਵਮੈਂਟ ਦਾ ਪ੍ਰੈਸ਼ਰ ਹੁੰਦਾ ਹੈ, ਅਜੇ ਤੱਕ ਸਾਡੇ ਹਜ਼ਾਰਾਂ ਸਿੱਖ ਜਿਹੜੇ ਇਨੋਸੈਂਟ ਕਿਲਿੰਗਸ ਹੋਈਆਂ ਨੇ, ਨਾ ਤਾਂ UN ਨੇ ਯੂਕਰੇਨ ਦੀ ਤਰ੍ਹਾਂ ਇੰਟਰਵੀਨ ਕੀਤਾ ਸਾਡੇ ਮਸਲਿਆਂ 'ਚ, ਨਾ ਕਸ਼ਮੀਰ ਦੀ ਤਰ੍ਹਾਂ ਇੰਟਰਵੀਨ ਕਰ ਰਹੀ ਹੈ। ਔਰ ਜਿਹੜੇ ਇਸ ਜੇਲ੍ਹ 'ਚ ਬੰਦ ਭਾਈ ਤਾਰਾ, ਭਾਈ ਪਿਓਰੇ, ਉਹਨਾਂ ਦਾ ਸਟੈਂਡ ਹੈਗਾ ਹੈ ਕਿ ਸਾਨੂੰ ਜਿਹੜਾ ਇਹ ਸੰਘਰਸ਼ ਪੰਜਾਬ ਦੇ ਪਿੰਡ ਪਿੰਡ ਤਗੜਾ ਕਰਨਾ ਪਊਗਾ, ਫਿਰ ਇਹ ਗੱਲ ਚੱਲੂਗੀ। ਔਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਬੜੀ ਟ੍ਰੈਜਡੀ ਹੈਗੀ ਹੈ ਕਿ ਅਸੀਂ ਜੇਲ੍ਹਾਂ 'ਚ ਬੰਦ ਹੈ, ਜਿਹੜੇ ਬੰਦੇ ਜਿਹੜੇ ਮੋਰਚੇ ਸਾਡੇ ਨਾਂ 'ਤੇ ਲੱਗ ਰਹੇ ਨੇ, ਕਿਸੇ ਨੇ ਵੀ ਆ ਕੇ ਸਾਨੂੰ ਜੇਲ੍ਹ ਸਟਿਲ ਡੇਟ ਸੰਪਰਕ ਨਹੀਂ ਕੀਤਾ ਹੈਗਾ। ਮੰਨ ਲਓ ਮੈਂ ਕਿਸੇ ਦਾ ਵਕੀਲ ਹੈਗਾ ਕਿ ਜੇ ਮੈਂ ਆਪਦੇ ਕਲਾਇੰਟ ਨੂੰ ਇਹ ਗੱਲ ਪੁੱਛਾਂਗਾ ਹੀ ਨਹੀਂ ਕਿ ਤੇਰੇ ਕੇਸ ਕੀ ਹੈਗਾ, ਤੂੰ ਚਾਹੁੰਦਾ ਕਿਵੇਂ ਲੜਿਆ ਜਾਏ, ਤਾਂ ਉਹ ਗੱਲ ਵਾਜਬ ਨਹੀਂ ਹੋ ਰਹੀ। ਸੋ ਇਸੇ ਤਰੀਕੇ ਨਾਲ ਹੀ ਇਹ ਜਿੰਨੇ ਵੀ ਮੋਰਚੇ ਲੱਗੇ ਨੇ ਪੰਜਾਬ 'ਚ ਹੁਣ ਸਾਡੇ ਨਾਂ 'ਤੇ, ਇਹਨਾਂ ਬੰਦੀ ਸਿੰਘਾਂ ਦੇ ਨਾਂ 'ਤੇ, ਕਿਸੇ ਨੇ ਵੀ ਇਹਨਾਂ ਨਾਲ ਸੰਪਰਕ ਨਹੀਂ ਕੀਤਾ ਹੈਗਾ। ਜਿਹੜੀ ਇਨਸਾਫ ਦੀ ਆਸ ਆਪਾਂ ਦਿੱਲੀ ਤੋਂ ਰੱਖ ਰਹੇ ਹਾਂ, ਉਹਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਸਿੰਸ 1947 ਇੰਡੀਅਨ ਸਟੇਟ ਨੇ ਸਿੱਖਾਂ ਨੂੰ ਕਿਸੇ ਮਸਲੇ 'ਚ ਵੀ ਇਨਸਾਫ ਨਹੀਂ ਕੀਤਾ। ਗੱਲ ਸਾਡੀ ਬੰਦੀਆਂ ਦੀ ਰਿਹਾਈਆਂ ਤੋਂ ਸ਼ੁਰੂ ਨਹੀਂ ਹੁੰਦੀ, ਗੱਲ ਪਿੱਛੋਂ ਸ਼ੁਰੂ ਹੁੰਦੀ ਹੈ। 1978 ਦੇ ਵਿੱਚ ਜਿਹੜੇ ਨਿਰੰਕਾਰੀ ਕਾਂਡ ਦੇ ਵਿੱਚ ਸਿੱਖ ਸ਼ਹੀਦ ਹੋਏ ਨੇ, ਕਿਸੇ ਵੀ ਸਟੇਟ ਨੇ ਅਜੇ ਤੱਕ ਇਨਸਾਫ ਨਹੀਂ ਦਿੱਤਾ। 1984 ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 5000 ਸਿੱਖ ਦਿੱਲੀ ਦੀ ਸੁਪਰੀਮ ਕੋਰਟ, ਦਿੱਲੀ ਦੀ ਹਾਈ ਕੋਰਟ, ਦਿੱਲੀ ਦੀ ਪਾਰਲੀਮੈਂਟ ਦੇ ਸਾਹਮਣੇ ਮਾਰਿਆ ਗਿਆ ਹੈ। ਜਿਵੇਂ ਨਾਜ਼ੀਜ਼ ਦੀ ਲਾਈਵ ਵਾਰਨਿੰਗ ਹੋਈ ਹੈ, ਸਾਡੀ ਉਵੇਂ ਲਾਈਵ ਵਾਰਨਿੰਗ ਹੋਈ ਹੈ ਦਿੱਲੀ ਦੇ ਵਿੱਚ। ਅਜੇ ਤੱਕ ਹਿੰਦੁਸਤਾਨ ਦੇ ਵਿੱਚ ਸਵਾਏ ਮਦਰਾਸ ਹਾਈ ਕੋਰਟ ਕਿਸੇ ਵੀ ਜਿਹੜੀਆਂ 13 ਸਟੇਟਾਂ ਦੇ ਵਿੱਚ ਦੰਗੇ ਹੋਏ ਨੇ, ਕਿਸੇ ਨੇ ਸਿਓ ਮੋਟੋ ਨਹੀਂ ਲਿਆ ਹੈਗਾ। ਔਰ ਜਿਹਨੂੰ ਇਹ ਕਹਿੰਦੇ ਨੇ ਕਿ ਅੱਤਵਾਦ ਦਾ ਪੀਰੀਅਡ ਸੀ, ਜਿਹੜਾ ਇਨਸਰਜੈਂਸੀ ਪੀਰੀਅਡ ਕਹਿੰਦੇ ਨੇ, ਉਹਦੇ ਵਿੱਚ ਸਾਡੇ ਹਜ਼ਾਰਾਂ ਮੁੰਡੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਨੇ, ਕੋਈ ਇਨਸਾਫ ਨਹੀਂ ਹੈਗਾ। ਔਰ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੀਅਨ ਸਟੇਟ ਨੇ ਸਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੀਪ ਸਿੰਘ ਕੌਂਕੇ, ਉਹਨੂੰ ਪੁਲਿਸ ਕਸਟਡੀ ਦੇ ਵਿੱਚ ਸ਼ਹੀਦ ਕੀਤਾ ਹੈ।
साढ़े 2 मैंबर पार्लीमेंट भाई गुरमीत सिंह खुड़िया, बीबी बिमल कौर खालसा, तीसरा जी बीबी बुलारा मैंबर पार्लीमेंट सी उहदा घर वाला प्रोफैसर बुलारा फेक इनकाउंटर्स दे विच मारिया, अजे तक कोई इंसाफ नहीं हैगा। फिर जिहड़ा नकोदर कांड होया जिहदे विच नजायज़ इजहार आलम ने जिहड़ा सिखां नूं मारिया सी उहदा भी कोई इंसाफ नहीं हैगा। हुण तुसीं देखो कि 2012 ਦੇ ਵਿੱਚ कई सिख शहीद होए ने, भाई जसपाल सिंह चौर सिद्धवा नूं शहीद किया गया है, एवें बरगाड़ी ਦੇ ਵਿੱਚ ਬਹਿਬਲ ਕਲਾਂ ਦੇ ਵਿੱਚ सिख शहीद होए ने। सो ये नंबर ऑफ इशूज़ ने जिन्हां नूं लैके सिख कौम संघर्ष कर रही है। हुण रीसेंटली भाई दीप सिद्धू नूं इंडियन स्टेट ने टारगेट किलिंग राही मारिया है, और जी इंसाफ की आस है सानू इंडियन स्टेट ते कोई भी इंसाफ की आस नहीं है। जो इंसाफ होया सिखां ने आप लिया, चाहे वो इंदिरा गांधी सी, चाहे वो जनरल वैद्य है, चाहे वो बेअंत सिंह हैगा, ते चाहे वो बरगाड़ी दे विच बेदबी दे दोषी ने, सिखां ने आप इंसाफ किया है। इंडियन स्टेट कोले असी इंसाफ की आस नहीं रखते हैं। फिर असी इत्थे दसना चाहुंदे हैं कि एक पिछले लंबे समय तो एक राष्ट्रीय सिख संगत जिहड़ा RSS का विंग है उहदा मुखी सी रुलदा सिंह, ਜਿਹੜੇ ਇੱਥੇ ਕੁਝ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਹੈ ਕਿ ਕਿੰਨੇ ਲੋਕ ਸੀ ਜਿਨ੍ਹਾਂ ਨੂੰ ਸਰਕਾਰ ਨੇ ਇੱਥੇ ਕਾਗਜ਼ਾਂ ਦੇ ਵਿੱਚ ਮਰਿਆ ਸ਼ੋਅ ਕਰਕੇ ਉਹਨਾਂ ਨੂੰ ਨਾਂ ਬਦਲ ਕੇ ਉਹ ਬਲੈਕ ਕੈਟਸ ਜਿਹੜੇ ਨੇ ਫੋਰਨ ਦੇ ਵਿੱਚ ਇਹਨਾਂ ਨੇ ਭੇਜ ਦਿੱਤੇ ਹੋਏ ਨੇ। ਉਹ ਰੁਲਦਾ ਸਿੰਘ ਨੇ ਬਲੈਕ ਕੈਟਸ ਦੇ ਨਾਲ ਰਲ ਕੇ ਜਿਹੜਾ ਸਿੱਖ ਸੰਘਰਸ਼ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਹੁਣ ਰੁਲਦਾ ਸਿੰਘ ਨੂੰ ਜਦੋਂ ਮੁੰਡਿਆਂ ਨੇ ਮਾਰ ਦਿੱਤਾ ਹੈ ਉਸ ਤੋਂ ਬਾਅਦ ਇੰਡੀਅਨ ਸਟੇਟ ਨੇ ਇੱਕ ਨਵਾਂ ਪਿਆਦਾ ਲੈਤਾ ਜਿਹਦਾ ਪੁਲਸੀਏ ਦਾ ਨਾਂ ਹੈਗਾ ਇਕਬਾਲ ਸਿੰਘ ਲਾਲਪੁਰਾ। ਜਿਹੜਾ ਇਕਬਾਲ ਸਿੰਘ ਲਾਲਪੁਰਾ ਹੈਗਾ ਇਹ ਕੰਟੀਨਿਊਸਲੀ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਜਿਹੜਾ ਵਾਰ ਮੋਦੀ ਦੀ ਧਾਰਾ ਵਿੱਚ ਰਾਸ਼ਟਰੀ ਧਾਰਾ ਵਿੱਚ ਸ਼ਾਮਲ ਹੋਣ ਲਈ ਜਿਹੜਾ ਲਾਲਚ ਦੇ ਰਿਹਾ ਹੈ। ਤੇ 2019 ਦੇ ਵਿੱਚ ਇਸ ਮੋਰਚੇ ਨਾਲ ਜਿਹੜੇ ਕੁਝ ਬੰਦੇ ਰਿਲੇਟਡ ਹੈਗੇ ਨੇ, ਜਿਨ੍ਹਾਂ ਵਿੱਚ ਸੇਵਾ ਸਿੰਘ ਲੱਲੀ ਹੈ ਜਿਹੜਾ ਕਹਿੰਦਾ ਸੀ ਮੈਂ ਬੱਬਰਾਂ ਦਾ ਜਿਹੜਾ ਵਾ ਗੌਰਮੈਂਟ ਇਨ ਐਗਜ਼ਾਈਲ ਇੰਗਲੈਂਡ ਦੇ ਵਿੱਚ ਆਪਦੇ ਆਪ ਨੂੰ ਉਹਨੇ ਰਾਸ਼ਟਰਪਤੀ ਡਿਕਲੇਅਰ ਕਰ ਦਿੱਤਾ ਸੀ। ਇੱਕ ਸ਼ਿੰਗਾਰਾ ਸਿੰਘ ਮਾਨ ਹੈ ਜਿਹੜਾ ਫਰਾਂਸ 'ਚ ਜਿਹੜਾ ਉਦੋਂ ਐਮਬੈਸੀ ਚਲਾਉਂਦਾ ਸੀ ਖਾਲਿਸਤਾਨ ਦੀ। ਇਵੇਂ ਇੱਕ ਬਲਵੀਰ ਸਿੰਘ ਬੈਂਸ ਹੈ, ਠੇਕੇਦਾਰ ਜਸਵੰਤ ਸਿੰਘ ਹੈ। ਇਹ ਜਦੋਂ 2019 'ਚ ਆਏ ਨੇ ਹਿੰਦੁਸਤਾਨ ਦੇ ਵਿੱਚ, ਜਦੋਂ ਇਹ ਸੇਵਾ ਸਿੰਘ ਲੱਲੀ ਦਿੱਲੀ ਤੋਂ ਮੋਦੀ ਦੇ ਨਾਲ ਡੇਰਾ ਬਾਬਾ ਨਾਨਕ ਗਿਆ, ਅਸੀਂ ਇਹਨਾਂ ਨੂੰ ਉਦੋਂ ਸਵਾਲ ਕੀਤਾ ਸੀ ਅਖਬਾਰ ਦੇ ਵਿੱਚ ਕਿ ਸਾਨੂੰ ਇਹ ਦੱਸਿਆ ਜਾਏ कि मोदी ने थोड़ा खालिस्तान मान लिया कि तुसी उहदे अगे सरैंडर कर दिता है। इन्हां लोकां ने अजे तक सानू दस्सिया नहीं हैगा। सो असी ये जिहड़ा मोर्चा चल रहा है इन्हां नूं सलाह देनी चाहुंदे हैं कि जिहड़े सूडो खालिस्तानी जिहड़े इंडियन स्टेट अगे सरैंडर कर गए ने और जिहड़े सिख इस लालपुरे के संपर्क विच हैगे ने पुलिस अफसर दे इकबाल सिंह दे, उन्हां नूं बिल्कुल मोर्चे के नेड़े भी ढुकण ना दिता जाए। और ये जिहड़े स्यूडो खालिस्तानी ने इन्हां नूं असीं तुहाडे मीडिया राहीं मैसेज देना चाहुंदे हैं कि जिहड़ा यासर अराफात सी वो फलस्तीन का बहुत वड्डा लीडर सी। वो उस वेले सरकार दे नाल चला गया सी, जिस तो बाद उन्होंने नोबल पीस प्राइज़ भी मिले ने। पर जिहड़े फलस्तीन के जिहड़े फ्रीडम फाइटर्स हैगे ने, आज़ादी के परवाने ने, अज भी जंग लड़ रहे हैं स्टेट के खिलाफ। सो सानू इन्हां दे नाल कोई फर्क नहीं हैगा, कोई मोदी ना मिल जाए, कोई किसी ना चले जाए। जिहड़ी ये जंग हैगी है पंजाब दे विच इंडियन स्टेट के खिलाफ जारी रहूगी। सो एक असी क्योंकि श्रोमणी कमेटी एक दस्खत मुहिम चला रही है कि बंदी ਸਿੰਘਾਂ ਨੂੰ रिलीज़ किया जाए। ये बारे असी धामी साहब ਨੂੰ स्पष्ट करना चाहुंदे हैं कि असी किसी निजी कतल किसी निजी रौले दे विच जेल विच नहीं गए हैगे। असी जिहड़ा जेलों दे विच हैगे हैं, असी कौम दे संघर्ष लई हैगे हैं, ते सानू बाहर आउण दी कोई काहली नहीं हैगी। इस वेले जिहड़ी ये मूव चला रहा है श्रोमणी कमेटी का प्रधान हरचंद सिंह धामी, बीइंग लॉयर, सानू पता कि उहदे कोल कोई ताकत नहीं हैगी सानू बाहर कड्ढण दी। असी धामी साहब नूं ये कहना चाहुंदे हैं कि सरदार धामी साहब 1946 दे विच इसे ही श्रोमणी कमेटी के प्रधान सरदार बलवंत सिंह कुक्कड़ ने सिखां की आज़ादी लई खालिस्तान का मता पास किया है,
ਜੇ ਤੂੰ ਸੋਚਦਾ ਹੈ ਕਿ ਤੂੰ ਸਿੱਖ ਹੈਗਾ ਤੇ ਤੂੰ ਸਾਡੀ ਗੱਲ ਕਰਨੀ ਹੈ ਤੇ ਅਸੀਂ 20-30 ਸਾਲ ਜੇਲ੍ਹ ਵੀ ਕੱਟ ਲਵਾਂਗੇ, ਫਾਂਸੀ ਵੀ ਝੱਲ ਲਵਾਂਗੇ। ਤੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਇਜਲਾਸ ਸੱਦ ਕੇ ਸਰਦਾਰ ਬਲਵੰਤ ਸਿੰਘ ਕੁੱਕੜ ਦੀ ਤਰਜ਼ ਦੇ ਉੱਪਰ ਖਾਲਿਸਤਾਨ ਦਾ ਰੈਜੂਲੇਸ਼ਨ ਲੈ ਕੇ ਆਏ। ਕਿਉਂਕਿ ਮੋਰਚੇ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਮੋਰਚੇ ਦੇ ਸਿੰਘ ਚਲਾ ਰਹੇ ਨੇ, ਇਹ ਜਿਹੜਾ ਮੋਰਚਾ ਹੈ, ਕਿਉਂਕਿ ਜਿਹੜਾ ਸਾਡਾ ਬੜਾ ਬਿਟਰ ਐਕਸਪੀਰੀਅੰਸ ਹੈ, ਮੋਰਚੇ ਲੱਗਦੇ ਨੇ, ਮੋਰਚਿਆਂ ਦੇ ਵਿੱਚ ਕੁਛ ਬੰਦੇ ਗਿਣਤੀ ਦੇ ਆ ਜਾਂਦੇ ਨੇ, ਚਾਹੇ ਜਥੇਬੰਦੀਆਂ ਆ ਜਾਂਦੀਆਂ ਨੇ। ਅਲਟੀਮੇਟਲੀ ਜਦੋਂ ਸਰਕਾਰ ਨਾਲ ਟੇਬਲ ਤੇ ਬਹਿ ਕੇ ਜਾਣਾ ਹੁੰਦਾ ਹੈ, ਚਾਹੇ ਤੇ ਇਹ ਫੇਲ ਹੋ ਜਾਂਦੇ ਨੇ, ਚਾਹੇ ਇਹਨਾਂ ਦੇ ਵਿੱਚ ਕੋਈ ਲਾਲਚ ਆ ਜਾਂਦੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਇਸ ਮੋਰਚੇ ਦੇ ਵਿੱਚ ਜਿਹੜੀ ਹੈ ਵਾਰਡ ਲੈਵਲ ਦੀ ਕਮੇਟੀ ਹੋਣੀ ਚਾਹੀਦੀ ਹੈ ਸਿੱਖਾਂ ਦੀ। ਮੋਰਚਾ ਕਿਸੇ ਜਥੇਬੰਦੀ, ਕਿਸੇ ਗਰੁੱਪ ਦੇ ਦਬਾਅ ਵਿੱਚ ਨਹੀਂ ਹੋਣਾ ਚਾਹੀਦਾ ਹੈ। ਉਹਦੇ ਵਿੱਚ ਜਿੰਨੇ ਵਾਰਡ ਵਾਈਡ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਨੇ ਉਸ ਕਮੇਟੀ 'ਚ ਆਉਣੇ ਚਾਹੀਦੇ ਨੇ। ਉਹਨਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਡਿਪਲੋਮੇਟ ਨੇ ਸਿਆਣੇ ਵਾਰਡ ਵਾਈਡ, ਉਹ ਲੈ ਕੇ ਆਉਣੇ ਚਾਹੀਦੇ ਨੇ। ਬਿਊਰੋਕਰੇਟਸ ਆਉਣੇ ਚਾਹੀਦੇ ਨੇ, ਪੰਥਕ ਲੀਡਰ, ਪੱਤਰਕਾਰ ਔਰ ਰਾਜਨੀਤਿਕ ਲੀਡਰ ਜਿਹੜੇ ਸਾਡੇ ਸੂਝ-ਬੂਝ ਰੱਖਣ ਵਾਲੇ ਨੇ ਉਸ ਕਮੇਟੀ 'ਚ ਲੈ ਕੇ ਲਿਆਂਦੇ ਜਾਣ। ਔਰ ਇਹ ਜਿਹੜਾ ਮੋਰਚਾ ਹੈਗਾ ਇਹ ਗੁਰੂ ਗ੍ਰੰਥ ਦੀ ਅਗਵਾਈ 'ਚ ਚੱਲੇ। ਗੁਰੂ ਗ੍ਰੰਥ ਦੀ ਅਗਵਾਈ 'ਚ ਇਹਨੂੰ ਜਿਹੜੇ ਇਹਦੇ ਫੈਸਲੇ ਨੇ ਖਾਲਸਾ ਪੰਥ ਜਿਹੜਾ ਵਾ ਖਾਲਸੀ ਰਵਾਇਤਾਂ ਦੇ ਅਨੁਸਾਰ ਲਿਆ ਕਰੇ। ਸੋ ਜਿਹੜੀ ਸਾਡੀ ਲਾਸਟ ਸਬਮਿਸ਼ਨ ਹੈਗੀ ਹੈ ਕਿ ਇਹ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਸੋਚਦੇ ਨੇ ਜਿਹੜਾ ਇਹ ਮੋਰਚੇ ਵਾਲੇ ਬੈਠੇ ਨੇ, ਅਸੀਂ ਇਹਨਾਂ ਨੂੰ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਜੜ ਹੈਗੀ ਹੈ ਸਾਰੀ ਬਿਮਾਰੀ ਦੀ, ਜਿਹਦੇ ਕਰਕੇ ਸਿੱਖਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ, ਉਹ ਹੈਗੀ ਹੈ ਜਿਹੜਾ 9 ਮਾਰਚ 1846 ਦੇ ਵਿੱਚ ਲਾਹੌਰ ਟਰੀਟੀ ਹੋਈ ਹੈ ਸਿੱਖਾਂ ਦੀ। ਇਹ ਉਹ ਟਰੀਟੀ ਸੀ ਜਿਹਦੇ ਵਿੱਚ ਅੰਗਰੇਜ਼ਾਂ ਨੇ ਮਾਈਨਰ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੌਤਾ ਕੀਤਾ ਸੀ। ਸਿੱਖਾਂ ਨੂੰ ਜਿਹੜਾ ਵਾ ਗੁਲਾਮੀ ਦੀਆਂ ਜੰਜੀਰਾਂ ਵਿੱਚ ਇਸ ਟਰੀਟੀ ਨੇ ਜਕੜ ਦਿੱਤਾ ਹੈ। ਔਰ ਸਿੱਖਾਂ ਦੀ ਗੁਲਾਮੀ ਤੇ ਦੁਰਦਸ਼ਾ ਲਈ ਅਸੀਂ ਮਹਿਸੂਸ ਕਰਦੇ ਹਾਂ ਵੀ ਜਿਹੜੀ ਬਰਤਾਨਵੀ ਹਕੂਮਤ ਹੈ ਉਹ ਜ਼ਿੰਮੇਵਾਰ ਹੈਗੀ ਹੈ। ਤੇ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ 9 ਮਾਰਚ 23 ਦੇ ਵਿੱਚ ਆਉਣਾ ਹੈਗਾ, ਉਹ 9 ਮਾਰਚ ਨੂੰ ਜਿਹੜਾ ਵਾ ਸਿੱਖ ਬਰਤਾਨਵੀ ਸਰਕਾਰ ਦੇ ਖਿਲਾਫ ਇਸ ਮੋਰਚੇ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਕੇ ਜਿਹੜਾ ਵਿਸ਼ਵਾਸਘਾਤ ਦਿਵਸ ਦੇ ਤੌਰ ਤੇ ਇਹਨੂੰ ਮਨਾਉਣ, ਤਾਂ ਜੋ ਕਿ ਜਿਹੜੀ ਵਾਰਡ ਹੈਗੀ ਹੈ, ਜਿਹੜਾ ਪੂਰੇ ਦੁਨੀਆ ਦਾ ਸਿੱਖ ਹੈ, ਇਕੱਠੇ ਹੋ ਕੇ ਜਿਹੜੇ ਦੁਨੀਆ ਦੇ ਹਿਊਮਨ ਰਾਈਟਸ ਨੂੰ ਲਾਈਕ ਕਰਨ ਵਾਲੇ ਜਿਹੜੇ ਚੰਗੇ ਲੋਕ ਨੇ, ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਹੈ ਕਿਵੇਂ ਗੁਲਾਮੀ ਦੀ ਲੜਾਈ ਲੜ ਰਿਹਾ ਹੈ ਤੇ ਕਿਵੇਂ ਉਹਨਾਂ 'ਤੇ ਜ਼ੁਲਮ ਹੋ ਰਿਹਾ ਹੈ। ਬਸ ਮੈਂ ਇਹ ਗੱਲ ਇਹਨਾਂ ਦੇ ਬਿਹਾਫ 'ਤੇ ਕਹਿਣਾ ਚਾਹੁੰਦਾ ਸੀ ਤੁਹਾਨੂੰ। ਮੋਰਚੇ ਦੇ ਵਿੱਚ ਇੱਕ 23 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਹੜੀ ਉੱਥੇ ਜਿਹੜੇ ਹਾਜ਼ਰ ਨੇ ਜਿਹੜੇ ਆਗੂ, ਕੀ ਤੁਸੀਂ ਉਹਨਾਂ ਦੇ ਨਾਲ ਸਹਿਮਤ? ਦੇਖੋ ਜੀ, ਸਾਡਾ ਕਿਸੇ ਨਾਲ ਮੋਰਚੇ ਦੇ ਵਿੱਚ ਕਿਸੇ ਨਾਲ ਕੋਈ ਡਿਸਐਗਰੀਮੈਂਟ ਨਹੀਂ ਹੈਗਾ। ਮੈਨੂੰ ਨਹੀਂ ਪਤਾ ਉਹ 23 ਮੈਂਬਰੀ ਹੈਗੀ ਹੈ, ਕਿੰਨੇ ਮੈਂਬਰੀ ਹੈਗੀ ਹੈ। ਸਾਨੂੰ ਐਪਰੀਹੈਂਸ਼ਨ ਹੈਗੀ ਹੈ ਕਿ ਮੋਰਚੇ ਲੱਗੇ ਨੇ, ਮੋਰਚੇ ਫੇਲ ਹੋਏ ਨੇ ਹੁਣ ਤੱਕ। ਤੇ ਖਾਲਸਾ ਪੰਥ ਦਾ ਇਹ ਮਸਲਾ ਕਿਸੇ ਨਿੱਜੀ ਜਥੇਬੰਦੀ ਦਾ, ਕਿਸੇ ਬੰਦਿਆਂ ਦਾ ਨਹੀਂ ਹੈਗਾ ਹੈ। ਪੂਰੇ ਵਾਰਡ ਦੇ ਸਿੱਖਾਂ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹਦੇ ਵਿੱਚ ਪੂਰੇ ਵਾਰਡ ਲੈਵਲ ਦਾ ਸਿੱਖ ਜਿਹੜਾ 300-400 ਚੰਗਾ ਬੰਦਾ ਹੈ ਉਹਨੂੰ ਲੈ ਕੇ ਆਈਏ, ਜਿਨ੍ਹਾਂ ਵਿੱਚ ਸਿਆਣੇ ਡਿਪਲੋਮੇਟ ਹੋਣ, ਜਿਨ੍ਹਾਂ ਨੇ ਕਦੇ ਸਰਕਾਰ ਨਾਲ ਟੇਬਲ ਤੇ ਬਹਿ ਕੇ ਗੱਲ ਕੀਤੀ ਹੋ। ਤੇ ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਕਮੇਟੀ ਦੇ ਵਿੱਚ ਸਰਕਾਰ ਨਾਲ ਟੇਬਲ ਤੇ ਗੱਲ ਕਰਨ ਵਾਲੇ ਕਿਹੜੇ ਬੰਦੇ ਹੋਣਗੇ, ਉਹਨਾਂ ਦਾ ਏਜੰਡਾ ਕੀ ਹੋਊਗਾ। ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ ਸਾਡੀ ਸਟ੍ਰੈਟਜੀ ਕੀ ਹੋਊਗੀ। ਉਹ ਕਹਿੰਦੇ ਨੇ ਕਿ ਸਾਡੀ ਮੋਰਚਾ ਲਾਉਣ ਤੋਂ ਪਹਿਲਾਂ ਸਰਕਾਰ ਦੇ ਨਾਲ 2 ਵਾਰੀ ਗੱਲ ਹੋ ਚੁੱਕੀ ਆ, ਸੈਂਟਰ ਗਵਰਨਮੈਂਟ ਦੇ ਨਾਲ। ਦੇਖੋ, ਅਸੀਂ ਮਹਿਸੂਸ ਕਰਦੇ ਹਾਂ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਸਰਕਾਰ ਨਾਲ 2 ਵਾਰੀ ਗੱਲ ਹੋਈ ਹੈ। ਭਾਈ ਜਗਤਾਰ ਸਿੰਘ ਤਾਰੇ ਨੇ ਸਪਸ਼ਟ ਕਰਤਾ ਸੀ ਕਿ ਮੈਂ ਇੰਡੀਅਨ ਸਟੇਟ ਦੇ ਕੇ ਨਾ ਝੁਕਾਂਗਾ ਨਾ ਡਰਾਂਗਾ। ਤੇ ਅਸੀਂ ਤੇ ਆਪ ਦਾ ਕੇਸ ਵੀ ਕੰਟੈਸਟ ਨਹੀਂ ਕੀਤਾ ਹੈਗਾ। ਅਸੀਂ ਕੋਈ ਹਾਈ ਕੋਰਟ ਦੇ ਵਿੱਚ ਅਪੀਲ ਨਹੀਂ ਪਾਈ ਹੈਗੀ। ਅਸੀਂ ਜੇ ਮੀਟਿੰਗਸ ਹੋਈਆਂ ਨੇ ਤਾਂ ਉਹਦਾ ਵੇਰਵਾ ਜਨਤਕ ਹੋਣਾ ਚਾਹੀਦਾ ਹੈ। ਕਿਸੇ ਬੰਦੇ ਨੂੰ ਰਾਈਟ ਨਹੀਂ ਹੈਗਾ ਵੀ ਚੋਰੀ ਛੱਪੇ ਜਿਹੜੀ ਹੈ ਉੱਥੇ ਸਰਕਾਰ ਦੇ ਕਿਹੜੇ ਬੰਦੇ ਨਾਲ ਗੱਲ ਕਰ ਰਹੇ ਨੇ, ਉਹ ਜਨਤਕ ਹੋਣਾ ਚਾਹੀਦਾ। ਉਹਦੇ ਵਿੱਚ ਇਤਰਾਜ਼ ਕੀ ਹੈਗਾ ਜੇ ਸਰਕਾਰ ਦੇ ਨਾਲ ਗੱਲਬਾਤ ਕਰਕੇ, ਕਿਉਂਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਹੁਣ ਸਰਕਾਰ ਦੇ ਨਾਲ ਗੱਲਬਾਤ ਕਰਕੇ ਆਪਾਂ ਟੇਬਲ ਟਾਕ ਦੀ ਗੱਲ ਕਰਦੇ ਹਾਂ। ਉਹਦੇ ਬੀਇੰਗ ਲਾਇਰ ਜਿਹੜਾ ਮੇਰਾ ਇਤਰਾਜ਼ ਹੈਗਾ ਹੈ ਕਿ ਜਿਹੜਾ CRPC ਦੀ ਪ੍ਰੋਵੀਜ਼ਨ ਹੈ 432 ਤੋਂ ਲੈ ਕੇ 36 ਤੱਕ, ਉਹ ਸਾਰੇ ਸੈਕਸ਼ਨਸ ਨੇ ਜਿਹਦੇ 'ਚ ਬੰਦੇ ਨੂੰ ਰਿਲੀਜ਼ ਕਿਵੇਂ ਕਰਨਾ ਹੈਗਾ। ਉਹਦੇ 'ਚ ਲਿਖਿਆ ਹੁੰਦਾ ਕਿ ਸਰਕਾਰ ਅਨਕੰਡੀਸ਼ਨਲ ਨਹੀਂ ਛੱਡਦੀ। ਸਾਨੂੰ ਦੱਸਣ ਵੀ ਸਰਕਾਰ ਕੰਡੀਸ਼ਨਸ ਕਿਹੜੀਆਂ ਲਾਉਣੀਆਂ ਚਾਹੁੰਦੀਆਂ ਹੈ। ਜੇ ਸਰਕਾਰ ਕਹਿੰਦੀ ਹੈ ਇਹ ਬਲੈਕ ਕੈਟਸ ਵਾਂਗੂ ਵੀ ਤੁਸੀਂ ਖਾਲਿਸਤਾਨ ਨੂੰ ਛੱਡ ਦਿਓ,
ਇੰਡੀਅਨ ਸਟੇਟ ਦੀਆਂ ਸ਼ਰਤਾਂ ਮੰਨ ਕੇ ਬਾਹਰ ਹੋਗੇ ਤੇ ਸਾਨੂੰ ਇਹੋ ਜਿਹੀ ਕਿਸੇ ਰਾਜ ਦੀ ਲੋੜ ਨਹੀਂ ਹੈਗੀ। ਆਪਾਂ ਨੂੰ ਤੁਸੀਂ ਅੰਦਰ ਬੈਠੇ ਸਾਹਿਬ, ਤੁਹਾਨੂੰ ਤੁਸੀਂ ਕਿਉਂ ਜਿਹੜੀਆਂ ਲੱਗੀਆਂ ਬਲੈਕ ਹੈਟਸ ਦਾ ਨਾਮ ਲਿਆ ਆ, ਤੁਸੀਂ ਹੁਣ ਮੋਰਚੇ ਦੇ ਪ੍ਰਬੰਧਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਵੀ ਇਹਨਾਂ ਤੋਂ ਦੂਰ ਰਹਿਣ? ਅਸੀਂ ਮੋਰਚੇ ਨੂੰ ਕਿਹਾ ਜੀ ਜਿੰਨਾ ਇਹ ਪੁਲਸੀਆ ਇਕਬਾਲ ਸਿੰਘ ਲਾਲਪੁਰਾ ਹੈਗਾ ਤੇ ਜਿਹੜੇ ਬਲੈਕ ਕੈਟਸ ਹੈਗੇ ਨੇ ਫੋਰਨ 'ਚ, ਮੈਂ ਤੁਹਾਨੂੰ ਨਾਂ ਲੈ ਕੇ ਦੱਸ ਦਿੱਤਾ ਜਿਹੜੇ ਮੇਨ ਸਟ੍ਰੀਮ ਹੋਏ ਨੇ, ਇਹਨਾਂ ਨੂੰ ਮੋਰਚੇ ਤੋਂ ਬਿਲਕੁਲ ਦੂਰ ਰੱਖਿਆ ਜਾਏ, ਨਹੀਂ ਤਾਂ ਤੁਹਾਡੀ ਜਵਾਬਦੇਹ ਹੋਊਗੀ। ਸਰ ਤੁਸੀਂ ਮੋਰਚੇ ਤੇ ਕਿਹਾ ਕਿ ਮੋਰਚੇ ਅਕਸਰ ਫੇਲ ਹੋ ਜਾਂਦੇ ਸੀ, ਟੇਬਲ ਟਾਕ ਤੇ ਗੱਲ ਹੁੰਦੀ ਹੈ, ਅਜਿਹਾ ਹੀ ਬਹਿਬਲ ਕਲਾਂ ਜਦੋਂ ਧਿਆਨ ਸਿੰਘ ਮੰਡ ਔਰ ਦਾਦੂਵਾਲ ਨੂੰ ਮੋਰਚਾ ਲਗਾਇਆ ਗਿਆ ਉਸ ਸਮੇਂ ਕੋਈ ਫੰਡਿੰਗ ਨੂੰ ਲੈ ਕੇ ਰੌਲਾ ਪਿਆ ਸੀ। ਦਰਬਾਰ ਸਾਹਿਬ ਵੀ ਇਹ ਗੱਲ ਪਹੁੰਚੀ, ਦਰਬਾਰ ਸਾਹਿਬ ਤੋਂ ਦੋਨੇ ਧੜੇ ਜਦੋਂ ਗਏ ਸੀ ਤਾਂ ਵੱਖਰੇ ਵੱਖਰੇ ਹੋ ਕੇ ਗਏ ਸੀ, ਤਾਂ ਇਸ ਤੋਂ ਬਾਅਦ ਇਹ ਹੋਇਆ ਕਿ ਦੋਨੇ ਧੜੇ ਕਦੇ ਇਕੱਠੇ ਨਹੀਂ ਹੋਏ ਔਰ ਸਿੱਖਾਂ ਦੇ ਵਿੱਚ ਇੱਕ ਬੇਭਰੋਸਗੀ ਮੋਰਚੇ ਨੂੰ ਲੈ ਕੇ ਹੋਈ ਔਰ ਧਿਆਨ ਸਿੰਘ ਮੰਡ ਔਰ ਦਾਦੂਵਾਲ ਤੇ ਇਲਜ਼ਾਮ ਲੱਗੇ ਕਿ ਕਰੋੜਾਂ ਰੁਪਏ ਆਏ ਸੀ, ਇਹਨਾਂ ਨੇ ਪੈਸਾ ਇਕੱਠਾ ਕੀਤਾ ਔਰ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਸੰਗਤ ਦੇ ਵਿੱਚ ਰੋਸ ਹੈ ਤੇ ਆਪਣੇ ਆਪ ਇਹਨਾਂ ਦੋਵਾਂ ਤਰ੍ਹਾਂ ਦੇ ਡਿਸੀਜਨ ਲੈ ਕੇ ਮੋਰਚੇ ਨੂੰ ਖਤਮ ਕਰਨ ਦਾ ਐਲਾਨ ਕਰਤਾ। ਦੇਖੋ ਇਹੋ ਸਾਡੀ ਐਪਰੀਹੈਂਸ਼ਨ, ਮੈਂ ਤੁਹਾਨੂੰ ਆਪਦੇ ਪਹਿਲੇ ਵੀ ਕਿਹਾ ਹੈ ਵੀ ਮੋਰਚੇ ਬੜੇ ਲੱਗੇ ਨੇ, ਧਰਮਯੁੱਧ ਮੋਰਚੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੋਰਚੇ ਲੱਗੇ ਨੇ, ਸਾਡੀ ਕਾਮਯਾਬੀ ਨਹੀਂ ਹੋਈ। ਜਿਹੜੀ ਦਿੱਲੀ ਦੀ ਹੁਕੂਮਤ ਹੈ ਉਹਨੇ ਤਾਂ ਸਾਨੂੰ ਕਿਹਾ ਹੀ ਨਹੀਂ ਹੈਗਾ, ਜੇ ਕੋਈ ਆਫਰ ਹੀ ਨਹੀਂ ਹੈਗੀ ਵੀ ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ। ਤੇ ਇਹ ਜਿਹੜੀ ਮੋਰਚਿਆਂ ਦੀ ਗੱਲ ਆ, ਅਸੀਂ ਤਾਂ ਹੀ ਕਹਿੰਦੇ ਹਾਂ ਕਿ ਵਾਰਡ ਦੇ ਜਿੰਨੇ ਸਿੱਖ ਨੇ, ਜਿੰਨੇ ਵੱਡੇ ਜਿਹੜੇ ਡਿਪਲੋਮੇਟ ਹੈਗੇ ਨੇ, ਸਾਡੇ ਨੰਬਰ ਆਫ ਸਿੱਖਸ ਨੇ ਜਿਹੜੇ, ਕੋਈ ਅਰਬ ਦੇ ਵਿੱਚ ਡਿਪਲੋਮੇਟ ਹੈਗਾ, ਕੋਈ ਕੈਨੇਡਾ ਦੇ ਵਿੱਚ ਡਿਪਲੋਮੇਟ ਹੈਗਾ, ਜਿਨ੍ਹਾਂ ਨੂੰ ਸਮਝ ਹੈ ਕਿ ਸਰਕਾਰਾਂ ਨਾਲ ਟੇਬਲ ਤੇ ਗੱਲ ਕਿਵੇਂ ਦੀ ਕਰੀਦੀ ਹੈ, ਕਿਉਂਕਿ ਇਹ ਬੜੇ ਪ੍ਰੋਫੈਸ਼ਨਲ ਬੰਦਿਆਂ ਦਾ ਕੰਮ ਹੁੰਦਾ ਹੈ ਕਿ ਤੁਸੀਂ ਮੰਗ ਕਿਵੇਂ ਕਰਨੀ ਹੈ, ਉਹਨੂੰ ਮਨਾਉਣਾ ਕਿਵੇਂ ਹੈ, ਉਹਦੀ ਸਟ੍ਰੈਟਜੀ ਕੀ ਹੈਗੀ ਹੈ। ਮੇਰਾ ਸਵਾਲ ਇਹ ਸੀ ਕਿ ਕਿਤੇ ਨਾ ਕਿਤੇ ਤੁਹਾਨੂੰ ਇਹ ਦੋ ਚਿਹਰਿਆਂ ਤੋਂ ਲੱਗਦਾ ਕਿ ਦੋ ਚਿਹਰੇ ਵੀ ਜੇ ਇਸ ਮੋਰਚੇ ਵਿੱਚ ਸ਼ਾਮਲ ਹੋਣਗੇ ਜਾਂ ਹਾਜ਼ਰ ਹੋਣਗੇ, ਇਹਨਾਂ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਮੋਰਚੇ ਦਾ ਫੇਲੀਅਰ, ਕਿਤੇ ਨਾ ਮੋਰਚਾ ਫੇਲ ਨਾ ਹੋ ਜਾਏ ਇਸ ਤਰੀਕੇ ਦਾ, ਕਿਉਂਕਿ ਇਸ ਤੋਂ ਪਹਿਲਾਂ ਐਗਜ਼ਾਮਪਲ ਸੈੱਟ ਹੋ ਚੁੱਕੀ ਹੈ। ਦੇਖੋ ਜੀ, ਸਾਡਾ ਇਹ ਵਿਊ ਹੈਗਾ ਕਿ ਮੋਰਚੇ ਦਾ ਨਾਂ ਹੈਗਾ ਕੌਮੀ ਇਨਸਾਫ ਮੋਰਚਾ। ਇਹ ਕਿਸੇ ਦਾ ਨਿੱਜੀ ਮੋਰਚਾ ਨਹੀਂ ਹੈਗਾ, ਕੋਈ ਡਿਕਟੇਟਰ ਨਹੀਂ ਹੈਗਾ। ਇਹਦੇ ਵਿੱਚ ਹਰ ਉਹ ਸਿੱਖ ਆ ਸਕਦਾ ਹੈ ਜਿਹੜਾ ਅਕਾਲ ਤਖਤ ਤੋਂ ਸ਼ੱਕਿਆ ਨਹੀਂ ਹੋਇਆ, ਔਰ ਹਰ ਉਹ ਬੰਦਾ ਆ ਸਕਦਾ ਹੈ ਜਿਹੜਾ ਇਹ ਸੋਚਦਾ ਹੈ ਕਿ ਹਿਊਮਨ ਰਾਈਟਸ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਧੱਕਾ ਹੋ ਰਿਹਾ ਹੈ। ਤੇ ਸੋ ਜੇ ਕੋਈ ਪੁਰਾਣੇ ਮੋਰਚੇ ਤੇ ਆ ਜਾਂਦੇ ਨੇ, ਨਵੇਂ ਮੋਰਚੇ ਤੇ ਆ ਜਾਂਦੇ ਨੇ, ਇਹ ਲੀਡਰਸ਼ਿਪ ਦਾ ਸਵਾਲ ਨਹੀਂ ਹੈਗਾ। ਜੇ ਕਿਸੇ ਨੇ ਆਪ ਦੀ ਲੀਡਰੀ ਚਮਕਾਉਣੀ ਹੈ, ਆਪ ਦੀ ਪਾਰਟੀ ਬਣਾਏ, ਆਪ ਦੀ ਟੈਸਟਿੰਗ ਜਿਹੜੀ ਹੈ ਪੰਜਾਬ ਦੇ ਫੀਲਡ 'ਚ ਕਰੇ। ਤੁਸੀਂ ਦੋ ਗੱਲਾਂ ਕਹੀਆਂ ਨੇ, ਕੰਟਰਾਡਿਕਟ ਕੀਤੀਆਂ ਨੇ। ਤੁਸੀਂ ਪਹਿਲੀ ਗੱਲ ਕਹੀ ਹੈ ਵੀ ਹਲੇ ਇਹ ਨਹੀਂ ਪਤਾ ਵੀ ਸਰਕਾਰ ਦੇ ਨਾਲ ਗੱਲ ਕਿਹਨੇ ਕਰਨੀ ਹੈ, ਉਹ ਬੰਦੇ ਕੌਣ ਹੋਣਗੇ ਜਿਹੜੇ ਸਰਕਾਰ ਦੇ ਨਾਲ ਗੱਲਬਾਤ ਕਰ ਸਕਣਗੇ, ਤੇ ਤੁਸੀਂ ਨਾਲ ਦੀ ਨਾਲ ਕਿਹਾ ਵੀ ਸਰਕਾਰ ਵੱਲੋਂ ਤਾਂ ਹਲੇ ਕੋਈ ਇਦਾਂ ਦਾ ਨਿਯੋਤਾ ਆਇਆ ਹੀ ਨਹੀਂ ਗੱਲਬਾਤ ਦਾ। ਤੇ ਨਾਲੇ ਤੁਸੀਂ ਪਹਿਲਾਂ ਕਿਹਾ ਵੀ ਜਿਹੜੀ ਕਮੇਟੀ ਜਿਹੜਾ ਸੰਘਰਸ਼ ਹੋਣਾ ਚਾਹੀਦਾ, ਸਾਰਿਆਂ ਨੂੰ ਇਕੱਠਿਆਂ ਨੂੰ ਜੋੜ ਕੇ 300 400 ਮਤਲਬ ਗਲੋਬਲੀ ਜਿਹੜੇ ਪ੍ਰੋਮੀਨੈਂਟ ਸਿੱਖਸ ਨੇ ਜਾਂ ਜਿਹੜੇ ਵੀ ਹਿਊਮਨ ਰਾਈਟਸ ਐਕਟਿਵਿਸਟ ਨੇ, ਸਭ ਨੂੰ ਜੋੜ ਕੇ ਹੋਣਾ ਚਾਹੀਦਾ ਹੈ। ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਕਿਸੇ ਇੱਕ ਦਾ ਉਹ ਡਿਕਟੇਟਰਸ਼ਿਪ ਨਹੀਂ ਹੈਗੀ ਹੈ, ਤੇ ਸਾਰਿਆਂ ਨੂੰ ਜਿਵੇਂ ਮੇਰੇ ਵੀਰ ਨੇ ਦੱਸਿਆ ਕਿ 25 ਕਿੰਨੇ ਬੰਦਿਆਂ ਦੀ ਕਮੇਟੀ ਵੀ ਬਣੀ ਹੈ, ਆਲਰੇਡੀ ਇੱਕ ਬੰਦਾ ਤਾਂ ਕੋਈ ਲੀਡ ਕਰ ਹੀ ਨਹੀਂ ਰਿਹਾ। ਦੇਖੋ ਬਾਰ-ਬਾਰ ਉਹ ਸਵਾਲ ਰਿਪੀਟ ਹੋ ਰਿਹਾ ਹੈ ਕਿ ਬੀਇੰਗ ਸਿੱਖ ਅਸੀਂ ਬੜੇ ਲੰਬੇ ਸਮੇਂ ਤੋਂ ਇਸ ਗੱਲ ਤੋਂ ਡਿਸਟਰਬ ਹੈਗੇ ਹਾਂ ਕਿ ਸਾਡੀ ਟੇਬਲ ਤੇ ਕਦੇ ਵੀ ਕੋਈ ਅਚੀਵਮੈਂਟ ਨਹੀਂ ਹੋਈ ਸਿੰਸ 1947। ਜਦੋਂ ਅੰਗਰੇਜ਼ਾਂ ਨੇ ਵੀ ਸਾਨੂੰ ਕਿਹਾ ਸੀ ਕਿ ਟੇਬਲ ਤੇ ਬੈਠੋ, ਤੇ ਸਾਡੇ ਜਿਹੜੇ ਦੋ ਸਿੱਖ ਉੱਥੇ ਗਏ ਸੀ ਇੰਗਲੈਂਡ ਦੇ ਵਿੱਚ, ਉਹ ਟੇਬਲ ਟਾਕ ਤੋਂ ਆਪਦੇ ਕੇਸ ਨੂੰ ਪ੍ਰੋਪਰ ਰੱਖ ਨਹੀਂ ਸਕੇ, ਕਿਉਂਕਿ ਜਦੋਂ ਤੁਸੀਂ ਕੋਈ ਸਰਕਾਰ ਨਾਲ ਟੇਬਲ ਤੇ ਬਹਿਣਾ ਹੁੰਦਾ ਤੁਹਾਨੂੰ 10-20 ਮਿੰਟ ਅੱਧਾ ਘੰਟਾ ਮਿਲਣਾ ਹੁੰਦਾ, ਉਹਦੇ ਵਿੱਚ ਤੁਹਾਡਾ ਕੇਸ ਕੀ ਹੈਗਾ ਉਹ ਸਿਆਣਾ ਬੰਦਾ ਹੀ ਰੱਖ ਸਕਦਾ ਨਾ, ਜਿਹਨੂੰ ਸਮਝ ਹੋਏ ਤੁਹਾਡਾ ਕੇਸ ਕੀ ਹੈਗਾ। ਸੋ ਇਸ ਕਿਸਮ ਦੀ ਜਿਹੜੀ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਇਹ ਮੋਰਚਾ ਜਿਹੜਾ ਕਾਮਯਾਬ ਹੋਏ, ਕਿਉਂਕਿ ਸਿੱਖ ਕੌਮ ਬੜੇ ਲੰਬੇ ਸਮੇਂ ਬਾਅਦ ਇਕੱਠੀ ਹੋਈ ਹੈ। ਪੂਰੇ ਦੁਨੀਆ ਦਾ ਸਿੱਖ, ਪੂਰੇ ਦੁਨੀਆ ਦੀਆਂ ਹਿਊਮਨ ਰਾਈਟਸ ਜਿਹੜੇ ਮੰਨਣ ਵਾਲੇ ਲੋਕ ਹੈ ਪਿੱਛੇ ਆ ਗਏ ਨੇ। ਉਹਨਾਂ ਨੂੰ ਅੰਦਰ ਬੈਠ ਕੇ ਉਹਨਾਂ ਨੂੰ ਸ਼ੱਕ ਕਿਉਂ ਪੈ ਰਿਹਾ ਇਹਨਾਂ ਦੇ ਉੱਪਰ? ਸ਼ੱਕ ਕਿਉਂ ਕਰਦੇ ਹੋ? ਨਹੀਂ ਸੀ, ਉਹਨਾਂ ਨੇ ਕੋਈ ਸ਼ੱਕ ਨਹੀਂ ਕੀਤਾ ਹੈਗਾ। ਉਹਨਾਂ ਨੇ ਤਾਂ ਕਿਹਾ ਮੋਰਚਾ ਚੜ੍ਹਦੀ ਕਲਾ 'ਚ ਜਾਣਾ ਚਾਹੀਦਾ ਹੈ। ਪਰ ਪਹਿਲਾਂ ਵੀ ਮੋਰਚੇ ਲੱਗੇ, ਪਹਿਲਾਂ ਨਹੀਂ ਉਹਨਾਂ ਨੇ ਕਦੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ? ਉਹਦਾ ਕਾਰਨ ਇਹ ਹੈ ਕਿ ਕਿਉਂਕਿ ਬਰਗਾੜੀ ਤੋਂ ਬਾਅਦ ਸਾਰਾ ਕੁਝ ਵੇਗ ਚੱਲ ਰਿਹਾ ਸੀ, ਆਲ ਆਫ ਸਡਨ ਸਾਡੀ ਇਹ ਵੀ ਹੈਗੀ ਹੈ ਜਿਹੜੀ ਤੁਸੀਂ ਕਹੀ ਹੈ, ਅੰਦਰ ਬੈਠੇ ਇਸ ਮਹਿਸੂਸ ਕਰਦੇ ਨੇ ਵੀ ਇਸ ਵੇਲੇ ਪੰਜਾਬ ਦੇ ਵਿੱਚ 5 ਮੋਰਚੇ ਚੱਲ ਰਹੇ ਨੇ। 2 ਮੋਰਚੇ ਬਰਗਾੜੀ ਦੇ ਵਿੱਚ, ਇੱਕ ਚੱਲ ਰਿਹਾ ਹੈ ਉਹਦਾ ਸੁਖਰਾਜ ਉਹਨਾਂ ਦਾ, ਇੱਕ ਮੋਰਚਾ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਅਗਵਾਈ 'ਚ ਚੱਲ ਰਿਹਾ ਹੈ, ਇੱਕ ਮੋਰਚਾ ਹੁਸ਼ਿਆਰਪੁਰ ਦੇ ਵਿੱਚ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਬਾਹਰ ਚੱਲ ਰਿਹਾ 328 ਸਰੂਪਾਂ ਦਾ,
ਇੱਕ ਮੋਰਚਾ ਰਾਗੀ ਵਡਾਲਾ ਸਾਹਿਬ ਚਲਾ ਰਹੇ ਨੇ ਅੰਮ੍ਰਿਤਸਰ, ਪੰਜਵਾਂ ਮੋਰਚਾ ਜ਼ੀਰੇ ਦੇ ਵਿੱਚ ਲੱਗਿਆ ਹੋਇਆ ਹੈ, ਕਿਸਾਨਾਂ ਦਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਇੱਕ ਮੋਰਚਾ ਹੋਣਾ ਚਾਹੀਦਾ, ਸਾਰੇ ਮੋਰਚੇ ਇੱਕ ਜਗ੍ਹਾ ਤੇ ਆਉਣ, ਇੱਥੇ ਆਪਾਂ ਸਰਬਸੰਮਤੀ ਨਾਲ ਇੱਕ ਦੂਜੇ ਦੀ ਸਹਿਮਤੀ ਨਾਲ ਗਾਂਹ ਨੂੰ ਵਧੀਏ, ਇਹਨੂੰ ਝਗੜੇ ਵਿੱਚ ਨਾ ਲੈ ਕੇ ਜਾਈਏ। ਇਹ ਗੱਲ ਤਾਂ ਬਾਰ-ਬਾਰ ਵੀ ਕਹਿ ਰਹੇ ਆ। ਸਿਮਰਨ ਜੀ, ਤੁਸੀਂ ਲਗਾਤਾਰ ਜਿਹੜਾ ਕਿ ਪੰਥਕ ਮੋਰਚਾ ਵਿੱਚ ਜਾਂਦੇ ਰਹੇ ਹੋ, ਤੁਸੀਂ ਨੌਜਵਾਨਾਂ ਦੇ ਜਿਹੜੇ ਕੇਸ ਵੀ ਲੜਦੇ ਹੋ, ਤੇ ਤੁਸੀਂ ਹੁਣ ਕੀ ਸੋਲੂਸ਼ਨ ਲੈ ਕੇ ਆਏ ਹੋ ਵੀ ਕਿਸ ਤਰ੍ਹਾਂ ਇਕੱਠੇ ਕੀਤੇ ਜਾ ਸਕਦੇ, ਕਿਉਂਕਿ ਸਾਰੀ ਜਥੇਬੰਦੀਆਂ ਆਪਣੀ ਆਪਣੀ ਜਿਹੜੀ ਆ ਕੇ ਡਬਲੀ ਵਜਾਉਂਦੀਆਂ ਨੇ, ਤੁਸੀਂ ਕੀ ਲੈ ਕੇ ਭਾਈ ਮੇਜਰ ਸਿੰਘ ਜੀ, ਮੈਂ ਅੱਜ ਐਜ਼ ਏ ਆਪਦੇ ਵਿਊ ਨਹੀਂ ਦੇ ਰਿਹਾ, ਮੈਂ ਅੱਜ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਕੀ ਸੋਚਦੇ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਕਿਵੇਂ ਹੋਣਾ ਚਾਹੀਦਾ। ਜਿਹੜੇ ਮੋਰਚਿਆਂ ਦੇ ਵਿੱਚ ਬੈਠੇ ਸਿੱਖ ਨੇ ਬੜੇ ਸਿਆਣੇ ਨੇ, ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ, ਉਹਦਾ ਵੇ ਆਊਟ ਲੱਭਣਗੇ। ਅਸੀਂ ਇਕੱਲਾ ਵਾਰਨ ਕਰਨਾ ਚਾਹੁੰਦੇ ਹਾਂ, ਗਾਈਡ ਕਰਨਾ ਚਾਹੁੰਦੇ ਹਾਂ ਕਿ ਮੋਰਚੇ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਇਸ ਤਰੀਕੇ ਨਾਲ ਵਧੇਗਾ ਤੇ ਫਿਰ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਸਰ, ਤੁਸੀਂ ਜਗਤਾਰ ਤਾਰਾ ਔਰ ਪਰਮਜੀਤ ਭਿਆਰਾ ਨੂੰ ਨਿੱਜੀ ਤੌਰ ਤੇ ਮਿਲੇ ਹੋਗੇ, ਜੇਕਰ ਉਹਨਾਂ ਦਾ ਤੁਸੀਂ ਪੀਸੀ ਕਰ ਰਹੇ ਹੋ, ਹਾਂਜੀ। ਕਰ ਰਹੇ ਹੋ, ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਹੋਈਆਂ ਉੱਥੇ, ਚਾਹੇ ਐਸਜੀਪੀਸੀ ਪ੍ਰਧਾਨ ਦੇ ਉਹਨਾਂ ਦੀ ਸਪੀਚ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ, ਉਹਨਾਂ ਤੇ ਇੱਕ ਤਰੀਕੇ ਨਾਲ ਹਮਲਾ ਕਰਨਾ, ਉਹ ਘਟਨਾ ਨੂੰ ਲੈ ਕੇ ਕੀ ਸੋਚਦੇ ਨੇ? ਅਗਲੀਆਂ ਜਦੋਂ ਉੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਉਹਨਾਂ ਕੋਲ ਇਹ ਰਿਪੋਰਟ ਕੀਤੀ ਹੋਊਗੀ ਜਾਂ ਉਹਨਾਂ ਕੋਲ ਵੀ ਜਾਣਕਾਰੀ ਪਹੁੰਚੀ ਹੋਊਗੀ ਕਿ ਇਸ ਤਰੀਕੇ ਦੀਆਂ ਉੱਥੇ ਘਟਨਾਵਾਂ ਵਾਪਰੀਆਂ ਨੇ, ਉਸ ਨੂੰ ਲੈ ਕੇ ਕੀ ਦੇਖੋ, ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ। ਸਾਡੇ ਧਾਮੀ ਸਾਹਿਬ ਨਾਲ ਕਈ ਡਿਸਐਗਰੀਮੈਂਟਸ ਹੋ ਸਕਦੇ ਨੇ, ਅਸੀਂ ਸਹਿਮਤ ਨਹੀਂ ਹੈਗੇ ਬਹੁਤੀਆਂ ਗੱਲਾਂ ਨਾਲ, ਪਰ ਕਿਸੇ ਏਡੀ ਵੱਡੀ ਸੰਸਥਾ ਦੇ ਨੁਮਾਇੰਦੇ ਨੂੰ ਇਸ ਢੰਗ ਨਾਲ ਕਰਨਾ ਹੈ, ਉਹ ਗਲਤ ਗੱਲ ਹੈ। ਪਰ ਅਸੀਂ ਧਾਮੀ ਸਾਹਿਬ ਨੂੰ ਦੱਸਿਆ ਸੀ ਵੀ ਜਿਹੜਾ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੱਥੂ ਨੰਗਲ ਸ਼੍ਰੋਮਣੀ ਕਮੇਟੀ ਨੇ ਪੱਗ ਲਾਈ ਸੀ, ਉਹ ਵੀ ਓਡੀ ਮਾੜੀ ਗੱਲ ਹੈ। ਜਿੰਨੀ ਤੁਸੀਂ ਖਾਲਸਾ ਪੰਚਾਇਤ ਦੀ ਅਕਾਲ ਤਖਤ ਸਾਹਿਬ ਤੇ ਪੱਗਾਂ ਲਾਈਆਂ ਨੇ, ਉਹ ਵੀ ਮਾੜੀ ਗੱਲ ਹੈ। ਸੋ ਜਿਹੜਾ ਤੁਸੀਂ ਸਤਿਕਾਰ ਕਮੇਟੀ ਦੇ ਸੁਖਜੀਤ ਸਿੰਘ ਖੋਸੇ ਉਹਨਾਂ ਨੂੰ 4 ਬੰਦਿਆਂ ਨੇ ਉੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਫੜ ਕੇ ਤੇ ਛੱਲੀਆਂ ਵਾਂਗੂ ਕੁੱਟਿਆ, ਉਹ ਵੀ ਓਡੀ ਮਾੜੀ ਗੱਲ ਹੈਗੀ ਹੈ। ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਜੇ ਕਿਸੇ ਸਮਝੌਤੇ ਦੇ ਤਹਿਤ ਰਿਹਾਈ ਹੁੰਦੀ ਹੈ, ਸਮਝੌਤਾ ਹੁੰਦਾ ਹੈ, ਕੀ ਭਾਈ ਭਿਓਰਾ ਤੇ ਭਾਈ ਤਾਰਾ ਜੀ ਉਹ ਰਿਹਾਈ ਨੂੰ ਪ੍ਰਵਾਨ ਕਰਨਗੇ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਦਿੱਤਾ ਹੈ ਵੀ ਅਜੇ ਤੱਕ ਸਰਕਾਰ ਨੇ ਜੇ ਸਾਨੂੰ ਛੱਡਣਾ ਹੈ ਤੇ ਦਿੱਲੀ ਦੀ ਸਰਕਾਰ ਸਾਡੇ ਨਾਲ ਜੇਲ੍ਹ 'ਚ ਆ ਕੇ ਬਹਿ ਕੇ ਗੱਲ ਕਰੇ, ਸਾਨੂੰ ਕੰਡੀਸ਼ਨਸ ਦੱਸੇ। ਜਦੋਂ ਤੱਕ ਕੰਡੀਸ਼ਨਸ ਨਹੀਂ ਦੱਸਦੇ, ਅਸੀਂ ਕੋਈ ਇਸ ਕਿਸਮ ਦੀ ਰਿਹਾਈ ਨਹੀਂ ਚਾਹੁੰਦੇ। ਅਸੀਂ ਦਿੱਲੀ ਦੇ ਕੋਲ ਤਰਲੇ ਨਹੀਂ ਲੈਣੇ ਚਾਹੁੰਦੇ ਹੈਗੇ। ਜਿਹਨੂੰ ਤਰਲਿਆਂ ਦੀ ਲੋੜ ਹੈ ਉਹ ਦਿੱਲੀ ਕੋਲ ਜਾ ਕੇ ਬਾਹਰ ਆ ਜਾਏ। ਇਹ ਜਿਹੜੇ ਸਾਡੇ ਬੰਦੇ ਨੇ, ਇਹ ਬਿਲਕੁਲ ਇਹਨਾਂ ਸ਼ਰਤਾਂ ਤੇ ਨਹੀਂ। ਐਡਵੋਕੇਟ ਸਾਹਿਬ, ਤੁਸੀਂ ਦੋ ਗੱਲਾਂ ਕਹੀਆਂ ਨੇ। ਤੁਸੀਂ ਗੱਲ ਕਹੀ ਕਿ ਮੋਰਚਿਆਂ ਦਾ ਕੋਈ ਹਲੇ ਤੱਕ ਹੱਲ ਨਹੀਂ ਹੋਇਆ, ਤੁਸੀਂ ਇੱਕ ਗੱਲ ਕਹੀ। ਦੂਜੇ ਪਾਸੇ ਤੁਸੀਂ ਸਲਾਹ ਦੇ ਰਹੇ ਹੋ ਕਿ ਮੋਰਚੇ ਦੇ ਵਿੱਚ ਕਿਹੜੇ ਮੈਂਬਰ ਹੋਣੇ ਚਾਹੀਦੇ। ਇੱਕ ਕੰਟਰਾਡਿਕਟਰੀ ਚੀਜ਼ ਹੈਗੀ ਹੈ। ਤੇ ਦੂਸਰੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਹਕੂਮਤ ਸੈਂਟਰ ਦੇ ਵਿੱਚ ਬੈਠੀ ਹੈ, ਉਹਦੇ ਨਾਲ ਅਸੀਂ ਜਿੰਨੀ ਵਾਰ ਵੀ ਟਾਕ ਕਰਦੇ ਤਾਂ ਸਾਡੀ ਕੋਈ ਹੱਲ ਨਹੀਂ ਹੁੰਦਾ, ਸਾਨੂੰ ਹੱਲ ਆਪ ਨਹੀਂ ਜੀ, ਸਾਡੀ ਕੋਈ ਟਾਕ ਦਿੱਲੀ 'ਚ ਨਹੀਂ ਹੋਈ। ਮੈਂ ਤੁਹਾਨੂੰ ਕਹਿ ਰਿਹਾ, ਪਿਛਲੇ 37 ਸਾਲ ਤੋਂ ਦੂਸਰੇ ਪਾਸੇ ਇੰਡੀਅਨ ਸਟੇਟ ਜਿਹੜੀ ਹੈ ਕਸ਼ਮੀਰੀਆਂ ਨਾਲ ਬੈਠੀ ਹੈ। ਜਿਹੜੇ ਮੈਂਬਰ ਇਦਾਂ ਦੇ ਹੋਣੇ ਚਾਹੀਦੇ ਜਿਹੜੇ ਵਧੀਆ ਤਰੀਕੇ ਨਾਲ ਗੱਲ ਕਰ ਸਕਣ। ਇਹ ਦੋਵੇਂ ਚੀਜ਼ਾਂ ਕੰਟਰਾਡਿਕਟਰੀ ਨੇ। ਤੁਸੀਂ ਇੱਕ ਪਾਸੇ ਨੂੰ ਹੋਵੋ ਨਾ, ਇੱਕ ਪਾਸੇ ਕਹੋ ਜਾਂ ਤਾਂ ਗੱਲ ਕਰਨੀ ਜਾਂ ਗੱਲ ਨਹੀਂ ਕਰਨੀ। ਸਿਮਰਨ ਜੀ, ਇਹਦੇ ਨਾਲ ਇਹ ਵੀ ਦੱਸੋ ਕਿ ਤੁਸੀਂ ਸਿਰਫ ਭਾਈ ਤਾਰਾ ਤੇ ਭਾਈ ਭਿਓਰਾ ਦੀ ਗੱਲ ਕੀਤੀ ਆ, ਬਾਕੀ ਦੇ ਜਿਹੜੇ ਉੱਥੇ ਬੰਦੀ ਸਿੰਘ ਜਿਹੜੇ ਕੀ ਤੁਸੀਂ ਉਹਨਾਂ ਨੂੰ ਵੀ ਕਦੇ ਮੁਲਾਕਾਤ ਕਰਨ ਦੀ ਗੱਲ ਕੀਤੀ ਆ? ਉਹਨਾਂ ਨੂੰ ਮਿਲਿਆ ਕਦੇ? ਹਾਂ, ਮਿਲਦੇ ਨੇ ਜੀ। ਕੀ ਕਹਿੰਦੇ ਨੇ ਜੀ ਉਹ ਬਾਕੀ ਦੇ, ਜਿਵੇਂ ਸ਼ਮਸ਼ੇਰ ਸਿੰਘ ਜਾਂ ਗੁਰਮੀਤ ਸਿੰਘ ਜਾਂ ਲਖਵਿੰਦਰ ਸਿੰਘ ਨੇ, ਉਹ ਕੀ ਕਹਿੰਦੇ ਨੇ? ਦੇਖੋ, ਮੈਂ ਇਹਨਾਂ ਦੋਨਾਂ ਨੂੰ ਲੈ ਕੇ, ਉਹਨਾਂ ਦਾ ਵਿਊ ਲੈ ਕੇ ਆਇਆ। ਮੈਂ ਉਹਨਾਂ ਦਾ ਜਵਾਬ ਦੇ ਦਿਓ। ਪਹਿਲਾਂ ਜਿਹੜਾ ਪਹਿਲਾ ਸਵਾਲ ਤੁਹਾਨੂੰ ਹਾਂਜੀ ਵੀ ਇੱਕ ਪਾਸੇ ਤੁਸੀਂ ਗੱਲ ਕਹਿ ਰਹੇ ਹੋ ਕਿ ਸੈਂਟਰ ਨਾਲ ਗੱਲ ਕਰਨ ਦਾ ਕੋਈ ਹੱਲ ਨਹੀਂ ਹੋਇਆ, ਗੱਲ ਹੋਈ ਨਹੀਂ ਹਲੇ ਤੱਕ। ਦੂਜੇ ਪਾਸੇ ਤੁਸੀਂ ਸਲਾਹ ਦੇ ਰਹੇ ਹੋ ਕਿ ਗੱਲ ਕਰਨੀ ਚਾਹੀਦੀ ਹੈ, ਮੈਂਬਰ ਡੈਲੀਗੇਟ ਜਿਹੜੇ ਆ ਉਹ ਵਰਲਡ ਲੈਵਲ ਤੇ ਹੋਣੇ ਚਾਹੀਦੇ ਆ। ਤੁਸੀਂ ਦੇਖੋ, ਜਿਹੜਾ ਡੈਮੋਕ੍ਰੈਟਿਕ ਵਰਡ ਹੈ ਉਹਦੇ ਸਟੇਬਲ ਤੇ ਬਹਿ ਕੇ ਗੱਲਾਂ ਦਾ ਨਿਪਟਾਰਾ ਹੁੰਦਾ ਹੈ। ਜੀ ਕੋਈ ਬੰਦਾ ਗੱਲ ਕਰ ਰਿਹਾ, ਅਸੀਂ ਉਹਨੂੰ ਰੋਕ ਨਹੀਂ ਰਹੇ ਵੀ ਭਾਈ ਤੂੰ ਗੱਲ ਨਾ ਕਰ। ਅਸੀਂ ਇੱਕ ਆਪ ਦਾ ਸਟੈਂਡ ਸਪਸ਼ਟ ਕੀਤਾ ਕਿ ਸਾਡਾ ਆਹ ਸਟੈਂਡ ਹੈਗਾ ਸਿਚੁਏਸ਼ਨ ਦੇ ਪ੍ਰਤੀ। ਪਰ ਜੇ ਕੋਈ ਬੈਠਣ ਨੂੰ ਤਿਆਰ ਹੈ ਤਾਂ ਉਹਨੂੰ ਇਹ ਤਾਂ ਸਲਾਹ ਦਿੱਤੀ ਜਾ ਸਕਦੀ ਨਾ, ਭਾਈ ਅੱਗੇ ਕਿਵੇਂ ਜਾਣਾ ਹੈ, ਕੀ ਹੈਗਾ। ਮੋਰਚੇ ਦੀ ਗੱਲ ਕਿੱਦਾਂ ਕਰ ਰਹੇ ਹੋ ਤੁਸੀਂ? ਮੋਰਚੇ ਦਾ ਸਮਰਥਨ ਕਰ ਰਹੇ ਹੋ ਜਾਂ ਨਹੀਂ ਕਰ ਰਹੇ? ਬਿਲਕੁਲ, ਮੋਰਚਾ ਜਿਹੜਾ ਬਿਲਕੁਲ ਚੜ੍ਹਦੀ ਕਲਾ 'ਚ ਜਾਣਾ ਚਾਹੀਦਾ ਹੈ। ਬੜਾ ਵੱਡਾ ਮੋਰਚਾ ਹੈ। ਹਾਂ, ਬਿਲਕੁਲ। ਜਾ ਕੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਇਹੀ ਜੋ ਤੁਸੀਂ ਹੁਣ ਮੀਡੀਆ ਦੇ ਥਰੂ ਕਹਿ ਰਹੇ ਹੋ। ਮੋਰਚੇ ਦੇ ਉਹਨਾਂ 'ਚ ਕਿਸੇ ਨੂੰ ਨਾਲ ਮਿਲ ਅਸੀਂ ਜਿੰਨੇ ਉੱਥੇ ਸਿੱਖ ਨੇ ਉਹਨਾਂ ਨੂੰ ਮਿਲਦੇ ਹਾਂ, ਅਸੀਂ ਜਿਹੜੇ ਉੱਥੇ ਬੈਠੇ ਹੋਏ ਨੇ। ਜੋ ਤੁਹਾਡੇ ਇਤਰਾਜ਼ ਨੇ, ਕੀ ਤੁਸੀਂ ਰਿਟਰਨ 'ਚ ਕੋਈ ਲੈਟਰ ਦੇ ਰਾਹੀਂ ਉਹਨਾਂ ਤੱਕ ਰੱਖੇ ਨੇ? ਦੇਖੋ ਜੀ, ਮੈਂ ਤਾਂ ਆਪ ਦਾ ਉਹਨਾਂ ਸਾਰਿਆਂ ਨੂੰ ਐਕਸਪ੍ਰੈਸ ਕਰ ਦਿੱਤਾ ਜਿਹੜੇ ਸਾਡੇ ਸਰਕਲ 'ਚ ਹੈਗੇ ਨੇ ਮੋਰਚੇ ਦੇ ਵਿੱਚ। ਸਾਡੇ ਬੰਦੇ ਉੱਥੇ ਰੋਜ਼ ਜਿਹੜੇ ਬੈਠੇ ਹੋਏ ਨੇ, ਕੋਈ ਬਾਹਰ ਨਹੀਂ ਹੈਗੇ। ਵੀ ਉਹਦੇ ਨਾ ਕੋਈ ਲੀਡਰਸ਼ਿਪ ਕੁਆਲਿਟੀ ਵਾਲਾ ਕੋਈ ਬੰਦਾ ਜਦ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਮਤਲਬ ਜਿਹੜਾ ਸਵਾਲ ਪੁੱਛ ਰਹੇ ਨੇ ਮੇਰੇ ਸਾਥੀ,
ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਤੁਸੀਂ ਕੋਈ ਨਿੱਜੀ ਤੌਰ ਤੇ ਆਫੀਸ਼ੀਅਲੀ ਕਮੇਟੀ ਕੋਲ ਉੱਥੇ ਜਾ ਕੇ ਆਪਣੇ ਇਹ ਇਤਰਾਜ਼ ਰੱਖੇ? ਦੇਖੋ ਜੀ, ਮੈਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹ ਸਾਰੀਆਂ ਚੀਜ਼ਾਂ ਇਨਫੋਰਮ ਕਰਿਆ ਸੀ 2 ਦਿਨ ਪਹਿਲੇ ਤਿਹਾੜ ਜੇਲ੍ਹ 'ਚ ਕਿ ਜਿਹੜੇ ਇੱਥੇ ਮੈਨੂੰ ਤਾਂ ਹੁਣ ਪਤਾ ਨਹੀਂ ਹੈਗਾ ਕਮੇਟੀ 'ਚ ਕੌਣ ਹੈ, ਮੈਂ ਕਦੇ ਪੁੱਛਿਆ ਨਹੀਂ ਭਾਈ ਤੁਹਾਡਾ ਕੀ ਹੈਗਾ, ਪਰ ਜਿਹੜੇ ਉੱਥੇ ਜ਼ਿੰਮੇਵਾਰ ਬੰਦੇ ਨੇ, ਮੇਰੀ ਕਈ ਵਾਰਡ ਲੈਵਲ ਤੇ ਕਈ ਸਿੱਖਾਂ ਨਾਲ ਗੱਲ ਹੋਈ ਹੈ ਲਗਭਗ, ਕਿਉਂਕਿ ਅਸੀਂ ਸਿੱਖ ਸਮਾਜ ਦੇ ਵਿੱਚ ਰਹਿੰਦੇ ਹਾਂ ਤੇ ਵਾਰਡ ਵਾਈਡ ਜਿੰਨੇ ਸਿੱਖ ਨੇ ਸਾਰਿਆਂ ਨੂੰ ਜਿਹੜੀ ਤੁਹਾਨੂੰ ਸ਼ੇਅਰ ਕੀਤਾ ਮੈਂ ਉਹਨਾਂ ਨਾਲ ਵੀ ਇਹ ਗੱਲਾਂ ਸ਼ੇਅਰ ਕੀਤੀਆਂ ਨੇ। ਸਿਮਰਨ ਜੀ, ਜਿਹੜੀ ਕਮੇਟੀ ਹੈ ਤੁਸੀਂ ਮਿਲ ਕੇ ਆਏ ਹੈਗੇ ਉਹਨਾਂ ਨੂੰ ਤਿਹਾੜ ਜੇਲ੍ਹ 'ਚ, ਉਹਨਾਂ ਤੋਂ ਹੀ ਅਪਰੂਵ ਕਰਵਾ ਲਓ, ਕਿਉਂਕਿ ਕੱਲ ਨੂੰ ਇਹ ਹੈ ਕਿ ਜੇਕਰ ਕੇਂਦਰ ਸਰਕਾਰ ਕੋਈ ਡੈਲੀਗੇਸ਼ਨ ਬੁਲਾਉਂਦੀ ਹੈ ਤਾਂ ਕੱਲ ਨੂੰ ਫਿਰ ਇਹਨਾਂ ਨੂੰ ਇਤਰਾਜ਼ ਹੋ ਸਕਦਾ ਕਿ ਜੋ ਉਹ ਟੇਬਲ ਟੋਕ ਤੇ ਗੱਲ ਕਰਕੇ ਆਏ ਹੈਗੇ ਨੇ ਵੀ ਉਹਦੇ ਵਿੱਚੋਂ ਜੋ ਸ਼ਰਤਾਂ ਰੱਖਦੀ ਹੈ ਸਰਕਾਰ, ਕਿਉਂਕਿ 550ਵੇਂ ਪ੍ਰਕਾਸ਼ ਪੁਰਬ ਤੇ ਵੀ ਸਰਕਾਰ ਨੇ ਗੱਲ ਕਹੀ ਸੀ, ਨੋਟੀਫਿਕੇਸ਼ਨ ਹੁਣ ਤੱਕ ਨਹੀਂ ਹੋਇਆ ਹੈਗਾ, ਉਹਦਾ ਫਿਰ ਕੰਟਰਾਡਿਕਟ ਹੋਣਾ ਆਪਸ ਦੇ ਵਿੱਚ, ਕਿਉਂਕਿ ਜਥੇਬੰਦੀਆਂ ਦੀ ਆਪਸ 'ਚ ਬਣਦੀ ਨਹੀਂ ਹੈਗੀ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਬਲੈਕ ਸ਼ੀਪਸ ਵੀ ਵਿੱਚ ਇਨਵੋਲਵ ਹੈਗੀਆਂ ਨੇ, ਸਾਡਾ ਇਹ ਹੈ ਫਿਰ ਸਹਿਮਤੀ ਕਿਵੇਂ ਬਣੇ? ਕੋਈ ਤਾਂ ਹੱਲ ਕੱਢਣਾ ਸਹਿਮਤੀ ਸਿੱਖ ਪੰਥ ਜਿਹੜੇ ਵੀ ਬੰਦਿਆਂ ਨੂੰ ਚੰਗਾ ਸਮਝਦਾ ਹੈ, 2 4 5 10 ਜਿਹੜੇ ਬੰਦੇ ਹੈਗੇ ਨੇ, ਅਸੀਂ ਕਹਿੰਦੇ ਹਾਂ ਕਿ ਉਹ ਜੇਲ੍ਹਾਂ 'ਚ ਜਿਹੜੇ ਬੰਦੇ ਸਿੰਘ ਬੈਠੇ ਨੇ ਉਹਨਾਂ ਨਾਲ ਗੱਲ ਕਰ ਲੈਣ, ਪ੍ਰਪੋਜ਼ਲ ਕੀ ਹੈਗੀ ਹੈ, ਸਰਕਾਰ ਦੀ ਪ੍ਰਪੋਜ਼ਲ ਕੀ ਹੈਗੀ ਹੈ, ਫਿਰ ਉਹ ਦੱਸ ਦੇਣਗੇ ਕਿ ਸਾਨੂੰ ਮਨਜ਼ੂਰ ਹੈਗੀ ਕਿ ਨਹੀਂ ਹੈਗੀ। ਰੈਂਡਮਲੀ ਜੇ ਤੁਸੀਂ ਕਹੋਗੇ ਉਹ ਅਨਕੰਡੀਸ਼ਨਲ ਵਿਦ ਕੰਡੀਸ਼ਨਸ ਕੋਈ ਬੰਦਾ ਸਾਡਾ ਬਾਹਰ ਆਉਣ ਨੂੰ ਤਿਆਰ ਨਹੀਂ ਹੈਗਾ। ਸਰ 2 ਹੋ ਗਏ ਨਾ ਜੀ, ਟੋਟਲ 8 ਮੇਰੇ ਖਿਆਲ 8 ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ। ਨਹੀਂ ਜੀ, ਬੰਦੀ ਸਿੰਘ 8 ਨਹੀਂ ਹੈਗੇ, ਬੰਦੀ ਸਿੰਘ ਦੇਰ ਆਰ ਨੰਬਰ ਆਫ 6। ਇੱਥੇ ਵੀ ਇੱਕ ਫਰਕ ਹੈ, ਇੱਥੇ ਜੱਗੀ ਜ਼ੋਲ ਹੋਣੀ ਵੀ ਬੰਦ ਨੇ, ਆਪਾਂ ਸਪੈਸੀਫਿਕ ਇਹ ਨਹੀਂ ਕਹਿੰਦੇ ਕਿ ਨਾ 10 ਬੰਦਿਆਂ ਦੀ ਗੱਲ ਕਰਨੀ ਹੈ, ਇੱਥੇ ਨੰਬਰ ਆਫ 6 ਨੇ ਜਿਹੜੇ UIP ਦੇ ਵਿੱਚ ਬੰਦ ਨੇ, ਇੱਥੇ ਉਹ ਵੀ ਮੁੰਡੇ ਹੈਗੇ ਨੇ ਨਵੇਂ ਸ਼ਹਿਰ ਜਿਨ੍ਹਾਂ ਨੂੰ ਅਖਬਾਰਾਂ ਦੇ ਔਰ ਸਾਲਿਆਂ ਕਰਕੇ ਉਮਰ ਕੈਦ ਹੋਈ ਹੈ। ਸੋ ਇਹ ਬੜੀ ਵੱਡੀ ਪ੍ਰੋਬਲਮ ਹੈ ਕਿ ਅਜੇ ਤੱਕ ਆਪਣੇ ਕੋਲ ਲਿਸਟਿੰਗ ਨਹੀਂ ਹੈਗੀ ਕਿ ਆਪਾਂ ਕਿਹਨਾਂ ਦਾ ਕੇਸ ਕਰ ਰਹੇ ਹਾਂ ਕਿਹਦਾ ਨਹੀਂ ਕਰ ਰਹੇ ਹਾਂ। ਸੋ ਇਹੋ ਮੈਂ ਕਹਿਣਾ ਚਾਹੁੰਦਾ ਕਿ ਟੇਬਲ ਤੇ ਬੈਠਣ ਤੋਂ ਪਹਿਲੇ ਸਾਡੀ ਇੱਕ ਐਕਸਰਸਾਈਜ਼ ਹੋਣੀ ਚਾਹੀਦੀ ਹੈ ਕਿ ਆਪਾਂ ਕੇਸ ਕੀ ਪੁੱਟ ਕਰਨਾ ਹੈਗਾ। ਸਰ ਤੁਹਾਡੀ ਕੰਸਰਨ ਰਹੀ ਤੁਸੀਂ ਨਿਕਲ ਕੇ ਸਾਹਮਣੇ ਆਈ ਕਿ ਪਿਛਲੇ ਜਦੋਂ ਜਗਤਾਰ ਤਾਰਾ ਪਰ ਤੇ ਰੱਬ ਸਾਰੀ ਰਿਪੋਰਟ ਜਾ ਰਹੀ ਸੀ, ਇਸ ਦੇ ਪਿੱਛੇ ਇੱਕ ਖਾਲਸਾ ਜਾ ਕੇ ਸ਼ਾਇਦ ਇਹ ਮੋਰਚਾ ਫੇਲ ਨਾ ਹੋ ਜਾਵੇ ਫਿਊਚਰ ਦੇ ਵਿੱਚ। ਇਹ ਖਾਦਸ਼ਾ ਹੋਇਆ ਕਿਉਂ? ਇਹ ਖਾਦਸ਼ੇ ਦੀ ਵਜ੍ਹਾ ਕੀ ਬਣੀ? ਕੋਈ ਵਜ੍ਹਾ ਤਾਂ ਬਣੀ ਹੋਊਗੀ ਨਾ, ਇਹਦੇ ਤੇ ਤੁਹਾਨੂੰ ਪ੍ਰੈਸ ਬਰੀਫ ਕਰਨੀ ਪਈ ਅੱਜ ਜੀ, ਕੋਈ ਵਜ੍ਹਾ ਇਹਦੇ ਪਿੱਛੇ ਤੁਹਾਨੂੰ? ਤੁਸੀਂ ਦੇਖੋ ਆ ਜਿਹੜੇ ਪਿੱਛੇ ਰਿਜ਼ਲਟ ਹੋਏ ਨੇ, ਬਰਗਾੜੀ ਦਾ ਮੋਰਚਾ ਲੱਗਿਆ ਹੈ, ਕੋਈ ਲੋਕਾਂ ਨੂੰ ਖਤਰਾ ਹੋਊਗਾ, ਕੋਈ ਲੋਕਾਂ ਨੂੰ ਤੁਹਾਡੇ ਕੋਲ ਆਈ ਹੋਣੀ ਕਿ ਇਸ ਤਰੀਕੇ ਨਾਲ ਸਰਕਾਰ ਨਾਲ ਮਿਲ ਜਾਣ, ਇਸ ਤਰੀਕੇ ਨਾਲ ਮੋਰਚਾ ਨਾਲ ਫੇਲ ਕਰਨ ਦੀ ਕੋਸ਼ਿਸ਼। ਮੇਰਾ ਇਹਦੇ ਨਾਲ ਹੀ ਐਡ ਹੋਣਾ ਸੀ ਕੋਈ ਇੰਡੀਕੇਸ਼ਨ ਤੁਹਾਡੇ ਕੋਲ ਹੋਊਗਾ ਨਾ ਜੀ, ਮੇਰਾ ਰਮਨ ਦੇ ਸਵਾਲ ਨਾਲ ਐਡ ਹੋਣਾ। ਤੁਸੀਂ ਵਿੱਚ ਜੇ ਆਪਣੀ ਇੱਕ ਗੱਲ 'ਚ ਕਿਹਾ ਕਿ ਸਿਆਸੀ ਲੋਕਾਂ ਨੂੰ ਤੁਸੀਂ ਚੇਤਾਵਨੀ ਦੇ ਰਹੇ ਸੀ ਕਿ ਕੁਝ ਇੱਕ BJP ਦੇ ਲੋਕ ਟੈਸਟਿੰਗ, ਜਿਹੜਾ ਤੁਸੀਂ ਟੈਸਟਿੰਗ ਸ਼ਬਦ ਯੂਜ਼ ਕੀਤਾ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਮੋਰਚੇ ਦਾ ਲਾਹਾ ਜਾਂ ਪੋਲਰਾਈਜੇਸ਼ਨ ਕਿਸੇ ਇਸ ਤਰੀਕੇ ਨਾਲ ਹੋ ਸਕਦੀ ਹੈ ਜਾਂ ਉਹ ਚੀਜ਼ਾਂ ਵੱਲ ਨੂੰ ਹੋ ਰਿਹਾ ਕੁਝ ਨਾ ਕੁਝ, ਜਿਹੜਾ ਮੇਰਾ ਸਾਥੀ ਪੁੱਛਣਾ ਚਾਹ ਰਿਹਾ? ਡੈਫੀਨਿਟਲੀ ਪ੍ਰੈਕਟੀਕਲ ਇੰਟਰਸਟ ਹੁੰਦੇ ਹੈਗੇ ਨੇ ਸਰਕਾਰਾਂ ਦੇ, ਜਿਹੜੀ ਕੋਈ ਰੂਲਿੰਗ ਤੇ ਹੈਗੀ ਹੈ ਉਹਨੇ ਆਪ ਦਾ ਬੈਨੀਫਿਟ ਵੀ ਤੇ ਇਹਨਾਂ ਚੀਜ਼ਾਂ 'ਚ ਦੇਖਣਾ ਹੀ ਹੁੰਦਾ। ਇਸ ਮੋਰਚੇ ਰਾਹੀਂ ਤੁਸੀਂ ਜੱਗੀ ਜੋਹਲ ਤੇ ਬਾਕੀ ਜਿਵੇਂ ਜਿਹਨਾਂ ਤੁਸੀਂ ਸਿਆਸੀ ਕੈਦੀ ਕਹਿ ਰਹੀ ਹੈ, ਜਿਹੜੇ ਸਿਆਸੀ ਕੈਦੀ ਨੇ ਉਹਨਾਂ ਦੀ ਰਿਹਾਈ ਦੀ ਵੀ ਡਿਮਾਂਡ ਕਰਦੇ ਹੋ ਕਿ ਇਹੀ ਮੋਰਚਾ ਉਹਨਾਂ ਦੀ ਜੱਗੀ ਜੋਹਲ ਦੀ ਖਾਸ ਤੌਰ ਦੇ ਉੱਤੇ ਰਿਹਾਈ ਕਰਾਵੇ? ਦੇਖੋ ਕੌਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਬੜੇ ਨੰਬਰ ਆਫ ਇਸ਼ੂਜ਼ ਨੇ, ਜਦੋਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਫਿਰ ਆਪਾਂ ਨੂੰ ਸਾਰਿਆਂ ਦੀ ਕਰਨੀ ਪਊਗੀ, ਆਪਾਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਕਿ ਆਪਾਂ ਜੱਗੀ ਜੋਹਲ ਛੱਡ ਦੇਣਾ ਤੇ ਜਗਤਾਰ ਸਿੰਘ ਤਾਰਾ ਫੜ ਲੈਣਾ। ਅਸੀਂ ਸਾਰਿਆਂ ਦੀ ਗੱਲ ਕਰਾਂਗੇ, ਜਦੋਂ ਰੱਖਾਂਗੇ ਫਿਰ ਆਪਾਂ ਇਹ ਨਹੀਂ ਕਵਾਂਗੇ ਕਿ ਅਸੀਂ ਤੁਹਾਡੇ ਅੱਗੇ 20 ਬੰਦਿਆਂ ਦੀ ਲਿਸਟ ਲੈ ਆਏ ਹਾਂ ਤੇ ਤੁਸੀਂ 5 ਛੱਡ ਦਿਓ ਤੇ 15 ਅੰਦਰ ਰਹਿਣ ਦਿਓ, ਉਹ ਨਹੀਂ ਹੋਣਾ ਚਾਹੀਦਾ। ਵਕੀਲ ਸਾਹਿਬ ਮੇਰਾ ਲਾਸਟ ਹੀ ਸਵਾਲ ਹੈਗਾ, ਉਹ ਇਹ ਗੱਲ ਕਹਿੰਦੇ ਵੀ ਜਿਹੜੇ ਬਾਕੀ ਵੀ ਸਿੰਘ ਹੈਗੇ ਆ, ਭਾਈ ਤਾਰਾ ਜੀ ਹੈਗੇ, ਭਾਈ ਭਿਓਰਾ ਜੀ ਹੈਗੇ ਜਾਂ ਹੋਰ ਜਿਹੜੇ ਲਿਸਟ ਵਿੱਚ ਨਹੀਂ ਵੀ ਹੈਗੇ, ਕਹਿੰਦੇ ਸਾਨੂੰ ਉਹਨਾਂ ਦੇ ਵੀ ਫਿਕਰ ਵਾ, ਕਹਿੰਦੇ ਅਸੀਂ ਚਾਹੁੰਦੇ ਕਿ ਉਹ ਵੀ ਬਾਹਰ ਆ ਜਾਣ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਵੀ ਜੇ ਉਹਨਾਂ ਦੀ ਮੰਨ ਲਓ, ਜਿੱਦਾਂ ਸ਼ੰਕਾ ਜ਼ਾਹਰ ਹੁੰਦੀ ਆ ਵੀ ਉਹਨਾਂ ਦੀ ਸਰਕਾਰ ਦੇ ਨਾਲ ਕੋਈ ਇੱਟੀ ਸਿੱਟੀ ਜੀ ਲੱਗ ਜਾਂਦੀ ਆ, ਤੇ ਜੇ ਬਾਕੀ ਵੀ ਨਾਲ ਬਾਹਰ ਆ ਜਾਂਦੇ ਆ ਤਾਂ ਉਹ ਥੋੜੀ ਕਿਸੇ ਸਮਝੌਤੇ ਦੇ ਸਾਈਨ ਕਰਕੇ ਆਉਣਗੇ ਬਾਹਰ, ਉਹ ਆਪਣਾ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖ ਸਕਦੇ ਆ। ਦੇਖੋ ਇਵੇਂ ਨਹੀਂ ਹੁੰਦੀਆਂ ਸਰਕਾਰ ਦੀਆਂ, ਹਰ ਵੇਲੇ ਜਦੋਂ ਆਪਾਂ ਬੰਦਾ ਛੱਡਦੇ ਆ ਤੁਸੀਂ ਕਾਨੂੰਨੀ ਤੌਰ ਤੇ CRPC ਦੀਆਂ ਪ੍ਰੋਵੀਜ਼ਨਸ ਪੜ੍ਹੋ। ਸਰਕਾਰ ਨੇ ਕੋਈ ਵੀ ਫੈਸਲਾ ਲੈਣਾ ਹੈ ਉਹ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਲੈਣਾ ਹੈਗਾ। ਰਾਸ਼ਟਰਪਤੀ ਦੀਆਂ, ਗਵਰਨਰ ਦੀਆਂ, ਇਹ ਸਾਰੀਆਂ ਪਾਵਰਾਂ ਬੜੀਆਂ ਰਿਸਟ੍ਰਿਕਟਡ ਹੁੰਦੀਆਂ। ਸੋ ਉਹ ਸਰਕਾਰ ਤੁਹਾਨੂੰ ਕੀ ਪ੍ਰਪੋਜ਼ਲ ਦਿੰਦੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਗੱਲਾਂ ਹੋਣਗੀਆਂ। ਅਜੇ ਤੱਕ ਤਾਂ ਸਰਕਾਰ ਨੇ ਕੋਈ ਆਪਦਾ ਵਿਊ ਦਿੱਤਾ ਨਹੀਂ ਹੈਗਾ। ਸਰ ਤੁਸੀਂ ਕਿਹਾ ਕਿ SGPC ਜੋ ਕੈਂਪੇਨ ਚਲਾ ਰਹੀ ਹੈ ਉਹਦੀ ਜਗ੍ਹਾ ਤੇ ਖਾਲਿਸਤਾਨ ਉਸ ਤੇ ਕੈਂਪੇਨ ਚਲਾਉਣਾ ਚਾਹੀਦਾ ਹੈ। ਅਸੀਂ ਕੰਪੇਨ ਚਲਾਉਣ ਦੀ ਗੱਲ ਨਹੀਂ ਕਰ ਰਹੇ, ਅਸੀਂ ਕਹਿ ਰਹੇ ਉਹਨਾਂ ਨੂੰ ਰੈਜੂਲੇਸ਼ਨ ਪਾਸ ਕਰਨਾ ਚਾਹੀਦਾ ਹਾਊਸ ਵਿੱਚ।
ਜੋ ਵੀ ਹੈ ਮਤਲਬ ਅਲਟੀਮੇਟਲੀ ਡਿਮਾਂਡ ਤੇ ਉਹੀ ਹੈ। ਸੋ ਮੇਰਾ ਇਹ ਕੁਐਸਚਨ ਹੈਗਾ ਵੀ ਇਹ ਪੁਆਇੰਟ ਕੀ ਪਿਓਰਾ ਜੀ ਨੇ ਔਰ ਉਹਨਾਂ ਨੇ ਚੱਕਿਆ ਹੈ ਬਿਲਕੁਲ ਜੀ, ਬਿਲਕੁਲ